ਜਸ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਲੋਕਾਂ ਵਿੱਚ ਅੱਜ ਕੱਲ੍ਹ ਇਹ ਰੌਲਾ ਜ਼ਿਆਦਾ ਪੈ ਰਿਹਾ ਹੈ ਕਿ ਇਲੈਕਸ਼ਨ ਪੋਸਟਪੋਨ ਹੋ ਸਕਦੀ ਹੈ। 5 ਸੂਬਿਆਂ ਦੇ ਵਿੱਚ ਚੋਣਾਂ ਹੈ, ਕਹਿੰਦੇ ਮੁਲਤਵੀ ਕੀਤੀਆਂ ਜਾ ਸਕਦੀਆਂ, ਟਾਲੀਆਂ ਜਾ ਸਕਦੀਆਂ ਕਿਉਂਕਿ ਬਿਮਾਰੀ ਹੈ ਜਿਹੜੀ ਉਹਦਾ ਖਤਰਾ ਵੱਧਦਾ ਪਿਆ। ਇਸ ਬਿਮਾਰੀ ਦਾ ਖਤਰਾ ਰੈਲੀਆਂ 'ਚ ਕਿੰਨਾ ਹੁੰਦਾ, ਇਸ ਬਿਮਾਰੀ ਦਾ ਖਤਰਾ ਸਿਆਸਤ ਨੂੰ ਕਿੰਨਾ ਹੈਗਾ, ਇਸ ਬਿਮਾਰੀ ਦੇ ਬਹਾਨੇ ਨਿਸ਼ਾਨੇ ਕਿਹੜੇ ਹੈਗੇ ਆ, ਇਹ ਬਿਮਾਰੀ ਨੂੰ ਨਾਈਟ ਕਰਫਿਊ ਨਾਲ ਰੋਕਿਆ ਜਾ ਸਕਦਾ। ਤਮਾਮ ਸਵਾਲ ਉੱਠਦੇ ਪਏ ਆ। ਪਰ ਇਹਨਾਂ ਸਵਾਲਾਂ ਦੇ ਵਿਚਾਲੇ ਮੁੱਖ ਮੰਤਰੀ ਚੰਦ ਚੰਨੀ ਦਾ ਜਦੋਂ ਬਿਆਨ ਹੁੰਦਾ ਹੈ ਉਦੋਂ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਇੱਕੋ ਦਮ ਖੁੱਲ੍ਹ ਕੇ ਬਿਆਨ ਦਿੰਦੀਆਂ ਕਿ ਚੋਣ ਕਮਿਸ਼ਨ ਨੇ ਫੈਸਲਾ ਕਰਨਾ, ਅਸੀਂ ਥੋੜ੍ਹੀ ਕਰਨਾ, ਤੁਸੀਂ ਇਹ ਬੇਤੁਕਾ ਬਿਆਨ ਕਿਉਂ ਦੇ ਰਹੇ ਹੋ। ਚੰਦ ਚੰਨੀ ਨੇ ਕੀ ਕਿਹਾ, ਬੀਜੇਪੀ ਨੇ ਕੀ ਕਿਹਾ, ਆਮ ਆਦਮੀ ਪਾਰਟੀ ਨੇ ਕੀ ਕਿਹਾ, ਉਹ ਸਾਰਾ ਕੁਝ ਤੁਹਾਨੂੰ ਸੁਣਾਵਾਂਗੇ। ਪਰ ਸਵਾਲ ਇਹ ਪੁੱਛਾਂਗੇ, ਇਲੈਕਸ਼ਨ ਤੇ ਨਾਈਟ ਕਰਫਿਊ ਦਾ ਕਨੈਕਸ਼ਨ ਕੀ ਹੈ। ਆਮ ਆਦਮੀ ਪਾਰਟੀ ਇਹ ਇਲੈਕਸ਼ਨ ਨਹੀਂ ਹੋਣੇ ਚਾਹੀਦੇ ਤਰੀਕਾ ਅਪਣਾ ਰਹੇ। ਪਹਿਲਾਂ ਬਿਆਨ ਸੁਣ ਲਈਏ, ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਾਂਗੇ। ਆਮ ਆਦਮੀ ਪਾर्टी और बाकी पार्टियां बीजेपी ये चाहते कि पोस्टपोन हो जाना इलेक्शन। आम आदमी ने दिल्ली च रात का कर्फ्यू लगाता ये दिखाने वास्ते कि जी बहुत संगीन मसला है, ये इलेक्शन नहीं होने चाहिए तरीका अपना रहे। लेकिन मैं कहना जी अज ही इलेक्शन कराओ, ऐसी ये वास्ते तैयार है। धन्यवाद। पंजाब के मुख्य मंत्री चरणजीत सिंह चन्नी जी पूरी तरह बुखलाहट दे विच नेगे। अरविंद केजरीवाल तो इन्हां नूं बहुत डर लगदा गा। अरविंद केजरीवाल जी इन्हां दे सुपनियां दे विच 24 घंटे आउंदे नेगे, क्योंकि अज पंजाब दे विच अरविंद केजरीवाल जी नूं आम आदमी पार्टी नूं प्यार करने वाले लोगों का काफला लगातार वध रहा है। दिल्ली विच जिहड़ा नाइट का कर्फ्यू लाया गया कोरोना के कारण, वो कल्ले दिल्ली स्टेट नहीं लाया, वो लगभग 10 स्टेटां ने नाइट का कर्फ्यू लाया गया। और दिल्ली के मुख्यमंत्री अरविंद केजरीवाल जी अपने स्टेट के लोगों को लेके चिंतित नेगे। वर्चुअल एक्ट भारतीय जनता पार्टी की पूरी तैयारी है। भारतीय जनता पार्टी पहले भी तैयार थी, हमने बंगाल के चुनाव के समय में भी वर्चुअल रैलीज की है। और जब कोविड आया था पहले दौर और दूसरे दौर के समय में, जब दुनिया की सारी पॉलिटिकल पार्टियां हाइबरनेशन पे चली गई थी, उस समय भी भारतीय जनता पार्टी के कार्यकर्ताओं के को सांगठनिक स्तर पर संभालने के लिए भारतीय जनता पार्टी लगातार बूथ से लेकर के राष्ट्रीय अध्यक्ष तक सब लोग जुड़े हुए थे। बड़ा सवाल इस डिबेट ਦੇ ਅਸੀਂ ਇਹ ਪੁੱਛਾਂਗੇ ਕਿ 5 ਸੂਬਿਆਂ ਦੀ ਵਿਧਾਨ ਸਭਾ ਚੋਣਾਂ ਤੇ ਓਮਿਕਰੋਨ ਦਾ ਅਸਰ ਹੋਵੇਗਾ। ਇਸੇ ਸਵਾਲ ਤੇ ਬਹਿਸ ਹੋਵੇਗੀ। ਜਿਹੜਾ ਪੈਨਲ ਸਾਡੇ ਨਾਲ ਉਹਨਾਂ ਤੁਹਾਡਾ ਤਾਰਫ ਕਰਾਉਣਾ ਤੇ ਨਾਲ ਹੀ ਤਗੀਦ ਵੀ ਕਰਨੇ ਇਸ ਪੂਰੇ ਪੈਨਲ ਨੂੰ ਕਿ ਜਦੋਂ ਇਹਨਾਂ ਨੂੰ ਪੁੱਛਿਆ ਜਾਵੇ ਉਦੋਂ ਹੀ ਬੋਲਿਆ ਜਾਵੇ, ਨਹੀਂ ਤਾਂ ਫਿਰ ਸਾਨੂੰ ਆਵਾਜ਼ ਵੀ ਬੰਦ ਕਰਨੀ ਪੈ ਸਕਦੀ। ਡਾਕਟਰ ਪਹਿਲਾ ਗਰਗ ਤੁਹਾਡਾ ਬਹੁਤ ਸਵਾਗਤ ਹੈ ਸਰ। ਐਕਟਿਵਿਸਟ ਨੇ, ਸਾਬਕਾ ਰਜਿਸਟਰਾਰ ਨੇ ਬਾਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ। ਤੇ ਡਾਕਟਰ ਪਹਿਲਾ ਗਰਗ ਦਾ ਇਸ ਡਿਬੇਟ ਵਿੱਚ ਹੋਣਾ ਇਸ ਲਈ ਲਾਜ਼ਮੀ ਹੈ ਕਿਉਂਕਿ ਸਿਹਤ ਤੇ ਸਿਆਸਤ ਹੋ ਰਹੀ ਹੈ। ਸਿਹਤ ਤੇ ਅਸਲ ਵਿੱਚ ਸਿਆਸਤ ਕਿਹੜੀ ਹੋਣੀ ਚਾਹੀਦੀ ਹੈ, ਸਵਾਲ ਇਹਨਾਂ ਤੋਂ ਜ਼ਰੂਰ ਹੋਣਗੇ। ਡਾਕਟਰ ਗਰਗ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਸਪੋਕਸਪਰਸਨ ਹੈ। ਮਿਸਟਰ ਖੜਿਆਲ ਤੁਹਾਡਾ ਬਹੁਤ ਸਵਾਗਤ ਹੈ। ਇਹਨਾਂ ਦੀ ਪਾਰਟੀ ਦੇ ਵੱਲੋਂ ਇਹ ਪਹਿਲਾ ਬਿਆਨ ਆਇਆ, ਸਰਕਾਰ ਵੱਲੋਂ, ਮੁੱਖ ਮੰਤਰੀ ਵੱਲੋਂ ਇਹ ਬਿਆਨ ਆਇਆ ਤੇ ਉਸ ਬਿਆਨ ਤੇ ਸਿਆਸਤ ਭਾਕੀ ਹੈ। ਹੁਣ ਇਸ ਬਿਆਨ ਦੇ ਪਿੱਛੇ ਸਬੂਤ ਮੰਗੇ ਜਾਣਗੇ, ਉਹ ਇਹਨਾਂ ਤੋਂ ਪੁੱਛਾਂਗੇ ਖੜਿਆਲ ਸਾਹਿਬ ਤੋਂ ਕਿਹੜੇ ਸਬੂਤ ਇਹਨਾਂ ਕੋਲ। ਖੜਿਆਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਹਿਬਾਬ ਸਿੰਘ ਗਰੇਵਾਲ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਹੈ ਤੇ ਇਹਨਾਂ ਦੀ ਪਾਰਟੀ ਸਰਕਾਰ ਆ ਦਿੱਲੀ ਦੇ ਵਿੱਚ, ਤੇ ਦਿੱਲੀ ਵਿੱਚ ਕੇਸ ਵੱਧਦੇ ਪਏ ਆ ਤੇ ਉੱਥੇ ਇਹਨਾਂ ਦੇ ਜਿਹੜੇ ਸਿਹਤ ਮੰਤਰੀ ਆ ਦਿੱਲੀ ਸਰਕਾਰ ਦੇ, ਉਹ ਵੀ ਐਲਾਨ ਕਰਦੇ ਪਏ ਆ, ਨਾਲ ਹੀ ਕਹਿੰਦੇ ਪਏ ਆ ਫਲਾਈਟਸ ਆ ਰਹੀਆਂ ਬਾਹਰੋਂ, ਇਸ ਕਰਕੇ ਕੇਸ ਵੱਧਦੇ ਪਏ ਆ। ਬੜੇ ਸਵਾਲ ਹੈਗੇ ਆ, ਪਰ ਦਿੱਲੀ ਤੇ ਪੰਜਾਬ ਦੇ ਵਿੱਚ ਇਹ ਸਵਾਲ ਆ ਜਿਹੜੇ ਉਹ ਕਿਸ ਤਰੀਕੇ ਨਾਲ ਤੈਅ ਕਰਦੇ ਆ ਸਭ ਕੁਝ, ਉਹ ਇਹਨਾਂ ਨੂੰ ਸਮਝਾਂਗੇ। ਮਿਸਟਰ ਗਰੇਵਾਲ ਤੁਹਾਡਾ ਬਹੁਤ ਸਵਾਗਤ ਹੈ। ਚੇਤਨ ਜੋਸ਼ੀ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ। ਇਹਨਾਂ ਦੀ ਪਾਰਟੀ ਵੱਡੀ ਧਿਰ ਹੈ ਤੇ ਇਹਨਾਂ ਦੇ ਲਈ ਯੂਪੀ ਬੜਾ ਜ਼ਰੂਰੀ ਹੈ, ਪੰਜਾਬ ਬੜਾ ਜ਼ਰੂਰੀ ਹੈ, ਉੱਤਰਾਖੰਡ ਬੜਾ ਜ਼ਰੂਰੀ ਹੈ, ਬਾਕੀ 2 ਹੋਰ ਸੂਬੇ ਉਹ ਵੀ ਬੜੇ ਜ਼ਰੂਰੀ ਹੈਗੇ ਆ। ਪਰ ਨਾਲ ਹੀ ਇਹ ਕਹਿੰਦੇ ਆ ਪ੍ਰਧਾਨ ਮੰਤਰੀ ਜਦੋਂ ਸੰਬੋਧਨ ਕਰਦੇ ਆ ਤੇ ਨਾਲ ਕਹਿੰਦੇ ਓਮੀਕਰੋਨ ਤੋਂ ਸਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈਗੀ ਹੈ। ਚੋਣ ਕਮਿਸ਼ਨ ਦੇ ਨਾਲ ਬੈਠਕਾਂ ਹੋ ਰਹੀਆਂ ਨੇ ਤੇ ਉਹਨਾਂ ਬੈਠਕਾਂ ਦੇ ਵਿਚਾਲੇ ਜਦੋਂ ਮੁੱਖ ਮੰਤਰੀ ਇਹ ਬਿਆਨ ਦੇਣ ਤੇ ਭਾਜਪਾ ਕਹਿੰਦੀ ਹੈ ਕਿ ਚੋਣ ਕਮਿਸ਼ਨ ਫੈਸਲਾ ਕਰਦਾ, ਅਸੀਂ ਨਹੀਂ ਕਰਦੇ। ਚੇਤਨ ਜੋਸ਼ੀ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਮਿਸਟਰ ਖੜਿਆਲ ਤੁਹਾਨੂੰ ਕਰਨਾ ਚਾਹੁੰਦਾ। ਖੜਿਆਲ ਸਾਹਿਬ ਤੁਹਾਨੂੰ ਬਾਕੀ ਤੇ ਨਾਲ ਸਵਾਲ ਕਰਨਗੇ, ਮੈਂ ਹੀ ਕਰ ਲੈਣਾ। ਕਿਹੜੇ ਸਬੂਤ ਹੈ ਤੁਹਾਡੇ ਕੋਲ? ਤੁਸੀਂ ਕਹਿੰਦਾ ਇਲੈਕਸ਼ਨ ਟਾਲਣ ਲੱਗੇ ਇਹ ਜੀ। ਨੰਬਰ 1 ਜਿਹੜਾ ਇਲੈਕਸ਼ਨ ਉਹਦੀ ਮੁਲਾਕਾਤ ਹਾਲ ਹੀ ਦੇ ਵਿੱਚ ਹੋਈ ਹੈ ਵਿਦ ਯੂਨੀਅਨ ਹੈਲਥ ਮਿਨਿਸਟਰੀ ਦੇ ਆਫੀਸ਼ੀਅਲਸ ਕਿ ਇਲੈਕਸ਼ਨਸ ਕੰਡਕਟ ਹੋਣੇ ਚਾਹੀਦੇ ਹੈ ਨਹੀਂ। ਦੂਜੀ ਗੱਲ, ਦਿੱਲੀ ਦੇ ਵਿੱਚ 200 ਕੇਸ ਰਜਿਸਟਰ ਹੋਏ, ਪੂਰੇ ਹਿੰਦੁਸਤਾਨ ਵਿੱਚ 781 ਓਮਿਕਰੋਨ ਦੇ ਕੇਸਿਸ। ਬੈਕ ਇਨ ਦ ਡੇ ਵੈਸਟ ਬੰਗਾਲ ਦੇ ਵਿੱਚ ਜਦੋਂ ਇਲੈਕਸ਼ਨਸ ਹੋ ਰਹੇ ਸੀ, ਠੋਕ ਕੇ ਕੈਂਪੇਨ ਹੁੰਦੀਆਂ ਸੀਗੀਆਂ ਤੇ ਰਾਹੁਲ ਗਾਂਧੀ ਜੀ ਪਹਿਲੇ ਲੀਡਰ ਸੀ ਪੋਲੀਟੀਕਲ ਜਿਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਗਿਵ ਅਪ ਕਰ ਰਹੀ ਹੈ ਕੈਂਪੇਨਿੰਗ ਬਿਕੋਜ਼ ਕੇਸਿਸ ਨਹੀਂ ਵਧਣੇ ਚਾਹੀਦੇ। ਉਦੋਂ 40 50 ਹਜ਼ਾਰ ਉਹ ਤੋਂ ਵੱਧ ਕੇਸ ਹੁੰਦੇ ਸੀ, ਉਦੋਂ ਵੀ ਕੈਂਪੇਨਿੰਗ ਹੁੰਦੀ ਸੀਗੀ। ਤੇ ਹੁਣ ਤੱਕ ਰਹੀ ਸਾਰੇ 700 600 ਗਏ। ਪੰਜਾਬ ਦੇ ਵਿੱਚ ਕੇਸਿਸ ਜਮਾਂ ਹੀ ਥੋੜੇ ਆ ਤੇ ਇਹ ਕਹਿ ਰਹੇ ਕਿ ਆਪਣਾ ਇਲੈਕਸ਼ਨਸ ਪੋਸਟਪੋਨ ਹੋ ਜਾਣ। ਮੈਂ ਇੱਕ ਚੀਜ਼ ਪੁੱਛਦਾ ਇੱਥੇ, ਦੋ ਚੀਜ਼ਾਂ। ਇਹਨਾਂ ਨੇ ਕਿੱਥੇ ਗਿਆ ਮਿਸਟਰ ਖੜਿਆਲ? ਕਿੱਥੇ ਗਿਆ ਮਿਸਟਰ ਖੜਿਆਲ? ਮੈਨੂੰ ਨਹੀਂ ਪਤਾ ਨਾ, ਮੈਂ ਤਾਂ ਪੁੱਛ ਰਿਹਾ ਕਿੱਥੇ ਗਿਆ।
ਦੇਖੋ ਪਤਾ ਕੀ ਹੈ, ਨੰਬਰ 1 ਜਦੋਂ ਆਪਾਂ ਆਪਦੀ ਸਟੇਟ ਦੇ ਵਿੱਚ ਆਪਦੀ ਟੈਰੀਟਰੀ ਦੇ ਵਿੱਚ ਕੋਵਿਡ ਰੈਸਟ੍ਰਿਕਸ਼ਨਸ ਲਾਉਣੇ ਆ, ਪੋਜੀਸ਼ਨ ਲਾਉਣੇ ਆ, ਉਦੋਂ ਕਨਵੇ ਹੁੰਦਾ ਹੈ ਕਿ ਕੋਵਿਡ ਕੇਸਿਸ ਦਾ ਮਸਲਾ ਹੈ, ਯੂ نو ਕਿ ਵੀ ਹੈਵ ਟੂ ਬੀ ਕੇਅਰਫੁਲ ਅਬਾਊਟ ਇਟ, ਰੈਸਟ੍ਰਿਕਸ਼ਨ ਤਾਂ ਲੱਗੀ ਆ, ਉਹਦਾ ਫਰਦਰ ਇੱਕ ਇਫੈਕਟ ਹੁੰਦਾ ਹੈ ਇਲੈਕਸ਼ਨ ਕਮਿਸ਼ਨ ਤੇ ਆਫੀਸ਼ੀਅਲਸ ਤੇ ਆਬਵੀਅਸਲੀ ਇਹ ਇੱਥੇ ਨਾ ਟੇਸਿਟਲੀ ਚੀਜ਼ਾਂ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ, ਇੰਪਲਾਈਡਲੀ ਕਰਨ ਦੀ ਕੋਸ਼ਿਸ਼ ਕਰ ਰਹੇ ਨਹੀਂ ਅਰਸ਼ਪ੍ਰੀਤ ਖਡਿਆਲ, ਤੁਹਾਨੂੰ ਇਲੈਕਸ਼ਨ ਕਮਿਸ਼ਨ ਨੇ ਕਿਹਾ, ਜਿਹੜੀ ਮੀਟਿੰਗ ਤੁਸੀਂ ਗੱਲ ਕਰਦੇ, ਤੁਹਾਨੂੰ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਟੀਕਾਕਰਨ ਵਧਾਓ, ਤੁਸੀਂ ਟੀਕਾਕਰਨ ਵਧਾਤਾ? ਬਿਲਕੁਲ ਵਧਾਤਾ। ਦੂਜੀ ਗੱਲ ਮੈਂ ਲਾਸਟ ਚੀਜ਼ ਕਹਿ ਰਿਹਾ, ਦੇਖੋ ਇੱਕ ਤਾਂ ਕੇਸ ਰੇਟ ਜਿਹੜਾ ਬਹੁਤ ਥੱਲੇ ਹੋ ਚੁੱਕਿਆ ਹੈ, ਰੈਲੀਜ਼ ਜਿਹੜੇ ਕੇਜਰੀਵਾਲ ਸਾਹਿਬ ਹੈ, ਬੀਜੇਪੀ ਹੈ, ਇਹ ਠੋਕ ਕੇ ਕੈਂਪੇਨਸ ਕਰ ਰਹੀ, ਮੀਟਿੰਗਸ ਕਰ ਰਹੀ, ਰੈਲੀ ਉੱਥੇ ਦਿੱਲੀ ਦੇ ਵਿੱਚ ਕਹਿਤਾ ਵੀ 50% ਆਪਣਾ ਇੱਥੇ ਜਿਹੜੀ ਗੈਦਰਿੰਗ ਨਹੀਂ ਹੋਣੀ ਚਾਹੀਦੀ, ਨਾਈਟ ਕਰਫਿਊ ਲਾਤਾ। ਉਹਦਾ ਫਾਇਦਾ ਕੀ ਹੈ? ਨਾਈਟ 'ਚ ਕਿੰਨੇ ਲੋਕ ਘੁੰਮਦੇ? ਜੇ ਅਸਲੀ ਤੁਹਾਨੂੰ ਲੱਗਦਾ ਕਿ ਉੱਥੇ ਥ੍ਰੈਟ ਹੈ ਤਾਂ ਯੂ ਸ਼ੁਡ ਡੂ ਇਟ ਇਨ ਦ ਮਾਰਨਿੰਗ। ਤੇ 50% ਤੁਸੀਂ ਗੈਦਰਿੰਗ ਘਟਾ ਰਹੇ ਹੋ, ਤੁਸੀਂ ਆਪਣੀ ਕੈਂਪੇਨ ਦੇ ਵਿੱਚ ਤੁਹਾਡੇ ਹਜ਼ਾਰਾਂ ਬੰਦੇ ਸੱਦੇ ਹੁੰਦੇ ਆ, ਉੱਥੇ ਤੁਹਾਨੂੰ ਖਿਆਲ ਨਹੀਂ ਆਉਂਦਾ। ਸੋ ਯੂ ਕੈਨੋਟ ਬਲੋ ਹੌਟ ਐਟ ਦ ਸੇਮ ਟਾਈਮ। ਲਾਸਟ ਚੀਜ਼ ਹੈ, ਕਲਾਸ ਹੈ, ਪੋਸਟਪੋਨਮੈਂਟ ਕਰਕੇ ਟੈਕਸ ਪੇਅਰਸ ਦਾ ਪੈਸਾ ਖਰਾਬ ਹੋਊਗਾ, ਕਿਉਂਕਿ ਪੈਸੇ ਲੌਜਿਸਟਿਕਸ ਤੇ ਲੱਗਦੇ ਆ, ਆਫਿਸਰਸ ਤੇ ਲੱਗਦੇ ਆ, ਡਾਕੂਮੈਂਟੇਸ਼ਨ ਤੇ ਲੱਗਦੇ ਆ, ਸਾਰੀ ਜਿਹੜੀ ਐਡਜਸਟਮੈਂਟ ਹੈ ਕਰਨੀ ਪੈਂਦੀ ਹੈ, ਉਹ ਸਾਰਾ ਵੇਸਟ ਹੋਊਗਾ ਸਭ ਆਮ ਆਦਮੀ ਪਾਰਟੀ ਤੇ ਬੀਜੇਪੀ। ਚਲੋ ਠੀਕ ਹੈ। ਮਿਸਟਰ ਅਹਿਬਾਬ ਗਰੇਵਾਲ, ਤੁਸੀਂ ਦਿੱਲੀ ਦੇ ਵਿੱਚ ਕ੍ਰਿਸਮਸ ਵੇਲੇ ਪ੍ਰੋਗਰਾਮ ਹੋਣ ਦਿੱਤੇ ਆ, ਨਵੇਂ ਸਾਲ ਤੇ ਪ੍ਰੋਗਰਾਮ ਹੋਣ ਦੇਣੇ ਆ ਅਹਿਬਾਬ ਜੀ? ਸਰ ਦੇਖੋ, ਦਿੱਲੀ 'ਚ ਐਡਮਿਨਿਸਟ੍ਰੇਟਿਵ ਇੱਕ ਆਰਡਰ ਦਿੱਤਾ ਗਿਆ, ਜੋ ਦਿੱਲੀ ਦਾ ਮਾਹੌਲ ਹੈ ਉਹਦੇ 'ਚ ਰਾਤ ਨੂੰ ਖਡਿਆਲ ਸਾਹਿਬ ਪੈ ਰਹੇ ਸੀ, ਦਿੱਲੀ 'ਚ ਬਹੁਤ ਜ਼ਿਆਦਾ ਰਾਤ ਨੂੰ ਨਾਈਟ ਲਾਈਫ ਹੈ, ਤੇ ਇਹਦਾ ਮਕਸਦ ਇਹ ਹੈ ਕਿ ਸਵਾਲ ਨਹੀਂ ਸਰ, ਮੇਰੇ ਸਵਾਲ ਦਾ ਜਵਾਬ ਦਿਓ, ਖਡਿਆਲ ਸਾਹਿਬ ਦਾ ਜਵਾਬ ਵੀ ਦੇ ਦਿਓ, ਕੋਈ ਦਿੱਕਤ ਨਹੀਂ ਮੈਨੂੰ। ਮੈਂ ਪੁੱਛ ਰਿਹਾ, ਬੜਾ ਸਧਾਰਨ ਸਵਾਲ ਹੁੰਦੇ ਆ ਬਾਬ ਜੀ ਮੇਰੇ। ਕ੍ਰਿਸਮਸ ਤੇ ਤੁਸੀਂ ਉੱਥੇ ਪਬਲਿਕ ਪਲੇਸਿਸ ਤੇ ਸੈਲੀਬ੍ਰੇਸ਼ਨ ਹੋਣ ਦਿੱਤੀ, ਨਿਊ ਈਅਰ ਤੇ ਹੋਣ ਦੇਣੀ ਹੈ ਜਾਂ ਨਹੀਂ? ਕੀ ਫੈਸਲਾ ਸਰ ਤੁਹਾਡਾ? ਮੈਂ ਤਾਂ ਉਹ ਸਮਝਣਾ ਚਾਹ ਰਿਹਾ। ਦੇਖੋ, ਜਿਸ ਤਰ੍ਹਾਂ ਹਾਲਾਤ ਬਣ ਰਹੇ ਨੇ, ਜਿਸ ਤਰ੍ਹਾਂ ਸਰਕਾਰ ਨੇ ਨਾਈਟ ਕਰਫਿਊ ਲਾਇਆ, ਉੱਥੋਂ ਇਹ ਲੱਗਦਾ ਕਿ ਜੇ ਕੇਸਿਸ ਦੇ ਵਿੱਚ ਇੱਕ ਦਿਨ 'ਚ ਹੋਰ ਇਜ਼ਾਫਾ ਹੁੰਦਾ, ਮੈਨੂੰ ਲੱਗਦਾ ਕਿ ਇਹਨਾਂ ਨੂੰ ਬੰਦ ਕੀਤਾ। ਕ੍ਰਿਸਮਸ ਇੱਕ ਰਿਲੀਜੀਅਸ ਫੈਸਟੀਵਲ ਹੈ ਸਰ, ਤੁਸੀਂ ਧਾਰਮਿਕ ਫੈਸਟੀਵਲ 'ਚ ਰੋਕ ਨਹੀਂ ਲਾ ਸਕਦੇ। ਜੇ ਇੱਕ ਤੁਸੀਂ ਧਰਮ ਵਿਸ਼ੇਸ਼ ਤੇ ਰੋਕ ਨਹੀਂ ਲਾ ਸਕਦੇ, ਦਿਸ ਇਜ਼ ਨਾਟ ਰਾਈਟ। ਆਪਾਂ ਸਭ ਨੂੰ ਹੱਕ ਹੈ। ਰਹੀ ਨਿਊ ਈਅਰ ਵਾਲੀ ਗੱਲ, ਨਿਊ ਈਅਰ ਦੇ ਵਿੱਚ ਇੱਕ ਦਿਨ 'ਚ ਫੈਸਲਾ ਲੈ ਲੇਗੀ ਦਿੱਲੀ ਸਰਕਾਰ। ਇੱਕ ਐਡਮਿਨਿਸਟ੍ਰੇਟਿਵ ਆਰਡਰ ਲਿਆ ਗਿਆ, ਉਸ ਆਰਡਰ ਨੂੰ ਆਪਾਂ ਇਹ ਜੋੜ ਕੇ ਕਹੀਏ ਕਿ ਜੀ ਅਸੀਂ ਇਲੈਕਸ਼ਨ ਪੋਸਟਪੋਨ ਕਰਨੀ ਚਾਹ ਰਹੇ ਹਾਂ। ਸਾਡੇ ਤਾਂ 88 ਕੈਂਡੀਡੇਟਾਂ ਦੀ ਲਿਸਟ ਵੀ ਆ ਗਈ ਸਰ, ਅਸੀਂ ਪੋਸਟਪੋਨ ਕਿੱਥੋਂ ਕਰਨਾ ਚਾਹੁੰਦੇ ਹਾਂ? ਹਾਂ, ਇੰਨਾ ਕੁ ਜ਼ਰੂਰ ਹੈ ਕਿ ਦੇਖੋ, ਜਿਹੜੇ ਇੰਡੀਆ ਦੇ ਜਿਹੜੇ ਅਦਾਰੇ ਨੇ ਉਹਨਾਂ ਨੂੰ ਕਮਜ਼ੋਰ ਕੀਤਾ ਗਿਆ। ਪਹਿਲੀ ਵਾਰੀ ਇਲੈਕਸ਼ਨ ਕਮਿਸ਼ਨ ਦੀ ਮੀਟਿੰਗ ਪੀਐਮਓ ਦੇ ਅਫੀਸ਼ੀਅਲਸ ਨਾਲ ਹੁੰਦੀ ਹੈ। ਇੱਥੋਂ ਸਿੱਧਾ ਪਤਾ ਲੱਗਦਾ ਕਿ ਇਲੈਕਸ਼ਨ ਕਮਿਸ਼ਨ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅਸੀਂ ਨਾ ਤਾਂ ਪੋਸਟਪੋਨ ਕਰਨ ਦੇ ਹੱਕ 'ਚ ਹਾਂ। ਤੁਸੀਂ ਅਹਿਬਾਬ ਜੀ ਤੁਸੀਂ ਕਹਿ ਰਹੇ ਹੋ ਕਿ ਪਹਿਲੀ ਵਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੁਸੀਂ ਇਲੈਕਸ਼ਨ ਕਮਿਸ਼ਨ ਤੇ ਪੀਐਮਓ ਦਾ ਹਵਾਲਾ ਦਿੱਤਾ। ਅਹਿਬਾਬ ਜੀ, ਤੁਸੀਂ ਲਪੇਟੇ 'ਚ ਆ ਗਏ, ਇਲਜ਼ਾਮ ਬੀਜੇਪੀ ਤੇ ਲਾਉਣਾ ਸੀ ਇਹਨਾਂ ਨੇ? ਸਰ ਅਸੀਂ ਬਿਲਕੁਲ ਲਪੇਟੇ 'ਚ ਨਹੀਂ ਆਏ। ਦੇਖੋ, ਚੰਨੀ ਜੀ ਬੜੇ ਮਾਣਯੋਗ ਨੇ, ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ। ਉਹ ਜਦੋਂ ਜਿਹੜੀਆਂ ਗੱਲਾਂ ਕਰਦੇ ਨੇ ਨਾ, ਉਹ ਜਿਸ ਤਰ੍ਹਾਂ ਦੀ ਉਹਨਾਂ ਦੀ ਬਿਆਨਬਾਜ਼ੀ ਇੰਨੀ ਦੇਰ ਤੋਂ ਚੱਲੀ ਆ ਰਹੀ ਹੈ, ਉੱਥੋਂ ਪਤਾ ਲੱਗਦਾ ਹੈ ਕਿ ਜੋ ਬੁਖਲਾਹਟ ਹੈ ਉਹ ਬਿਆਨਾਂ 'ਚ ਨਿਕਲਦੀ ਹੈ, ਬੋਲਣ ਤੋਂ ਪਹਿਲਾਂ ਸੋਚਦੇ ਨਹੀਂ ਹੈਗੇ। ਉਹ ਫੁੱਟ ਐਂਡ ਮਾਊਥ ਡਿਜ਼ੀਜ਼ ਇਹਨਾਂ ਨੂੰ ਤੇ ਸਿੱਧੂ ਸਾਹਿਬ ਦੋਵਾਂ ਨੂੰ ਹੈ ਜੀ। ਚਲੋ ਠੀਕ ਹੈ। ਚੇਤਨ ਜੋਸ਼ੀ ਜੀ, ਇਲੈਕਸ਼ਨ ਟਾਲੀਆਂ ਜਾ ਸਕਦੀਆਂ? ਮੈਂ ਉਸ ਸੰਦਰਭ ਦੇ ਵਿੱਚ ਗੱਲ ਕਰ ਰਿਹਾ। ਕੋਰਟ ਨੇ ਇੱਕ ਟਿੱਪਣੀ ਕੀਤੀ ਸੀ, ਬੜੀ ਸਖਤ ਟਿੱਪਣੀ ਕੀਤੀ ਸੀਗੀ। ਉਸ ਸੰਦਰਭ ਨੂੰ ਤੁਸੀਂ ਦੇਖਦੇ ਪਏ ਹੋ ਜਾਂ ਇਹ ਬਿਨਾਂ ਗੱਲ ਤੋਂ ਬਿਆਨਬਾਜ਼ੀ ਹੋ ਰਹੀ ਹੈ? ਬਿਨਾਂ ਗੱਲ ਤੋਂ ਬਿਆਨਬਾਜ਼ੀ ਹੋ ਰਹੀ ਹੈ। ਕਿਉਂ ਲੱਗਦਾ ਤੁਹਾਨੂੰ? ਦੇਖੋ ਜੀ, ਇਲੈਕਸ਼ਨ ਕਮਿਸ਼ਨ ਨੇ ਡਿਸਾਈਡ ਕਰਨਾ ਵਾ। ਇਲੈਕਸ਼ਨ ਕਮਿਸ਼ਨ ਨੇ ਜਦੋਂ ਡਿਸਾਈਡ ਕਰਨਾ ਵਾ, ਉਹਨੇ ਸਿਹਤ ਵਿਭਾਗ ਨਾਲ ਵੀ ਗੱਲ ਕਰਨੀ ਆ, ਉਹਨੇ ਕਾਨੂੰਨ, ਲਾਅ ਐਂਡ ਆਰਡਰ ਸਾਰਿਆਂ ਨਾਲ ਗੱਲ ਕਰਨੀ। ਇਲੈਕਸ਼ਨ ਕਮਿਸ਼ਨ ਕੋਈ ਗਲੀ ਗਵਾਂਢ ਦਾ ਕੋਈ ਬੰਦਾ ਥੋੜੀ ਹੁੰਦਾ ਉੱਠ ਕੇ ਕਹਿ ਦੂਗਾ ਵੀ ਇਲੈਕਸ਼ਨ ਪੋਸਟਪੋਨ ਕਰ ਦਿਓ। ਜੇ ਇਲੈਕਸ਼ਨ ਕਮਿਸ਼ਨ ਦਾ ਕੋਈ ਬਿਆਨ ਇਹਨਾਂ ਨੇ ਸੁਣਿਆ, ਮੈਨੂੰ ਤਾਂ ਲੱਗਦਾ ਨਹੀਂ ਹੈ। ਦੇਖੋ, ਇਹਦੇ 'ਚ ਇੱਕ ਹੋਰ ਗੱਲ ਬੜੀ ਕਹਿਣਾ ਮੈਂ ਚਾਹੁੰਦਾ ਇੱਥੇ ਕਿ ਜਦੋਂ ਵੀ ਕੋਈ ਸਟੇਟਮੈਂਟ ਦੇਣੀ ਹੁੰਦੀ ਹੈ ਨਾ, ਤੇ ਇੱਕ ਬੜੀ ਮੈਚੁਰ ਸਟੇਟਮੈਂਟ ਹੋਣੀ ਚਾਹੀਦੀ ਹੈ। ਤੁਸੀਂ ਸਤਿਕਾਰਯੋਗ ਮੁੱਖ ਮੰਤਰੀ ਦੇ ਡੈਕੋਰਮ ਤੇ ਬੈਠੇ ਹੋ। ਜੇ ਤੁਹਾਨੂੰ ਕਿਹਾ ਕਿਸੇ ਨੇ, ਜੇ ਹੁਣ ਖਡਿਆਲ ਸਾਹਿਬ ਦੇ ਨੰਬਰ 1, ਨੰਬਰ 2, ਨੰਬਰ 3 ਕਰਕੇ ਗੱਲਾਂ ਸੁਣਾਈ ਜਾਂਦੇ ਨੇ, ਮੈਨੂੰ ਇਹ ਦੱਸੋ ਵੀ ਨੰਬਰ 1 ਦੇ ਵਿੱਚ ਕੀ ਕਿਸੇ ਨੇ ਸ਼੍ਰੀ ਚੰਨੀ ਜੀ ਨੂੰ ਇੰਨੀ ਗੱਲ ਕਹੀ ਆ ਕਿ ਇਲੈਕਸ਼ਨ ਪੋਸਟਪੋਨ ਹੋਣੀ ਹੈ? ਨੰਬਰ 2 ਦੇ ਵਿੱਚ ਵੀ ਮੇਰਾ ਇਹੋ ਸਵਾਲ ਹੋਏਗਾ, ਤੇ ਨੰਬਰ 3 ਵਿੱਚ ਵੀ ਇਹੀ ਹੋਏਗਾ। ਇੱਕ ਸਵਾਲ ਦਾ ਜਵਾਬ ਦਿਓ ਚੇਤਨ ਜੋਸ਼ੀ, ਤੁਸੀਂ ਬੜੇ ਸਿਆਣੇ ਹੋ, ਪੜ੍ਹੇ ਲਿਖੇ ਹੋ। ਚੇਤਨ ਜੋਸ਼ੀ, ਨਾਈਟ ਕਰਫਿਊ ਸਮੱਸਿਆ ਦਾ ਹੱਲ ਹੈ? ਦੇਖੋ, ਦਿੱਲੀ ਦੇ ਵਿੱਚ ਨਾਈਟ ਕਰਫਿਊ ਕਿਉਂ ਲਗਾਇਆ? ਮੈਂ ਗੱਲ ਕਰਦਾ ਸਰ, ਇਹ 8-10 ਸਟੇਟਸ ਦੇ ਵਿੱਚ ਲੱਗਾ, ਮੇਰੇ ਕੋਲ ਪੂਰਾ ਡਾਟਾ ਪਿਆ ਹੋਇਆ। ਮੈਂ ਨਾਈਟ ਕਰਫਿਊ ਹੱਲ ਹੈ? ਦੇਖੋ, ਇਹਦੇ ਵਾਸਤੇ ਮੈਂ ਨਹੀਂ ਕਹਿ ਸਕਦਾ, ਇਹਦੇ ਵਾਸਤੇ ਸਿਹਤ ਵਿਭਾਗ ਕਹਿ ਸਕਦਾ। ਇਹ ਅਥਾਰਟੀ ਸਿਹਤ ਵਿਭਾਗ ਦੀ ਆ। ਸਿਹਤ ਵਿਭਾਗ ਨੇ ਅੱਗੇ ਗਵਰਨਮੈਂਟ ਨਾਲ ਗੱਲ ਕਰਨੀ ਹੈ। ਇਹ ਫੈਸਲੇ ਹੈਲਥ ਡਿਪਾਰਟਮੈਂਟ ਲੈਂਦਾ ਪਿਆ?
ਚੇਤਨ ਜੋਸ਼ੀ? ਮੇਰਾ ਖਿਆਲ ਹੈ ਜੀ ਹੈਲਥ ਡਿਪਾਰਟਮੈਂਟ ਨੇ ਜਾਰੀ ਚਲੋ, ਕਰਨੀ ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਸਿਹਤ ਦੇ ਮਾਮਲੇ ਦੇ ਉੱਤੇ ਸਿਆਸਤ ਜਿਸ ਤਰੀਕੇ ਨਾਲ ਹੋ ਰਹੀ ਹੈ, ਇਹਦੇ ਵਿੱਚ ਫੈਸਲੇ ਕੌਣ ਲੈ ਰਿਹਾ? ਇਸ ਤੋਂ ਪਹਿਲਾਂ ਵੀ ਜਦੋਂ ਇਹ ਸਾਰਾ ਕੁਝ ਕਰਫਿਊ ਵਗੈਰਾ ਲੱਗੇ ਸੀਗੇ, ਜਦੋਂ ਕਰੋਨਾ ਕਾਲ ਦੇਸ਼ ਦੇ ਵਿੱਚ ਦਾਖਲ ਹੁੰਦਾ ਉਦੋਂ ਫੈਸਲਿਆਂ ਤੇ ਸਵਾਲ ਉੱਠੇ ਸੀਗੇ। WHO ਦੇ ਬਾਰੇ ਕੀ ਕਹਿੰਦਾ ਤੇ ਸਿਆਸਤ ਕੀ ਕਹਿੰਦੀ ਹੈ, ਹੈਲਥ ਮਹਿਕਮਾ ਦੇਸ਼ ਦਾ ਕੀ ਕਹਿੰਦਾ, ਸਾਰੇ ਸਵਾਲ ਹੋਣਗੇ। ਡਾਕਟਰ ਪਿਆਰੇਲਾਲ ਗਰਗ ਇਹਨਾਂ ਸਵਾਲਾਂ ਦੇ ਜਵਾਬ ਦੇ ਸਕਦੇ। ਮੈਂ ਵਾਪਸ ਉਹਨਾਂ ਕੋਲ ਆ ਰਿਹਾ। ਆਮ ਆਦਮੀ ਪਾਰਟੀ ਇਹ ਇਲੈਕਸ਼ਨ ਨਹੀਂ ਹੋਣੇ ਚਾਹੀਦੇ ਤਰੀਕਾ ਅਪਣਾ ਰਹੇ। ਵੱਡਾ ਸਵਾਲ ਪੁੱਛਣੇ ਕਿ 5 ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੇ ਓਮਿਕਰੋਨ ਦਾ ਅਸਰ ਹੋਵੇਗਾ। ਡਾਕਟਰ ਪਿਆਰੇਲਾਲ ਗਰਗ, ਡਾਕਟਰ ਸਿਆਸਤ ਤੋਂ ਪਾਸੇ ਹਟ ਕੇ ਸਿਹਤ ਦੇ ਮਾਮਲੇ ਤੇ ਮੈਨੂੰ ਪਹਿਲਾਂ ਤੁਹਾਡੇ ਤੋਂ ਜਵਾਬ ਚਾਹੀਦਾ। ਨਾਈਟ ਕਰਫਿਊ ਓਮਿਕਰੋਨ ਦਾ ਜਾਂ ਕਰੋਨਾ ਦੀ ਸਮੱਸਿਆ ਦਾ ਹੱਲ ਹੈ, ਜਾਂ ਡਾਕਟਰ ਗਰਗ ਇੱਕ ਸੰਕੇਤਕ ਹੈ, ਇੱਕ ਫੈਸਲਾ ਕਿ ਲੋਕੀ ਸੁਧਰ ਜਾਣ, ਸਮਝਣ ਕਿ ਸਾਡੀ ਜ਼ਿੰਮੇਵਾਰੀ ਕੀ ਹੈ? ਡਾਕਟਰ ਗਰਗ ਦੇਖੋ, ਪਹਿਲਾਂ ਤਾਂ ਮੈਂ ਇਹ ਕਹਾਂਗਾ ਵੀ ਜਿਹੜਾ ਅਸੀਂ ਕਹਿੰਦੇ ਸਿਆਸਤ, ਇਲੈਕਟੋਰਲ ਸਿਆਸਤ ਤੋਂ ਪਾਸੇ ਰੱਖਣਾ ਹੈ। ਸਿਹਤ ਤਾਂ ਆਪਣੇ ਆਪ ਦੀ ਸਿਹਤ ਹੈ। ਇੱਕ ਬੜਾ ਵੱਡਾ ਵਿਦਵਾਨ ਹੋਇਆ ਹੈ ਵਰਕੋ, ਉਹਨੇ ਕਿਹਾ ਹੈ ਜਿਹੜੀ ਹੈਲਥ ਹੈ, ਹੈਲਥ ਇਜ਼ ਨਥਿੰਗ ਬਟ ਪੋਲਿਟਿਕਸ। ਸੋ ਜਿੱਥੋਂ ਤੱਕ ਸਵਾਲ ਹੈ ਵੀ ਨਾਈਟ ਕਰਫਿਊ ਹੋਰ ਸਾਡਾ ਕਰੋਨਾ ਨੂੰ ਹੈਂਡਲ ਕਰਨ ਦਾ, ਬੜੀ ਮੋਟੀ 600 ਪੇਜ ਦੀ ਕਿਤਾਬ ਪਈ ਹੈ ਮੇਰੇ ਕੋਲੇ, 200 ਡਾਕਟਰਾਂ ਨੇ ਲਿਖੀ ਹੈ ਦੁਨੀਆ ਦੇ ਨੇ, ਕਿ ਵੀ ਕਰੋਨਾ ਦਾ ਮਿਸ ਹੈਂਡਲ ਪੂਰੀ ਦੁਨੀਆ 'ਚ ਹੋਇਆ ਤੇ ਭਾਰਤ 'ਚ ਵੀ ਹੋਇਆ। ਕਰੋਨਾ ਨੂੰ ਇਹਦੇ ਵੈਪਨ ਵੀ ਯੂਜ਼ ਕਰਿਆ ਗਿਆ। ਪਰ ਦੂਜਾ ਪੱਖ ਇਹਦਾ ਇਹ ਵੀ ਹੈ ਕਿ ਕੱਲ ਹੀ 6 ਲੱਖ ਕੇਸ ਆ ਗਿਆ ਦੁਨੀਆ 'ਚ। ਇੰਗਲੈਂਡ ਦੇ ਵਿੱਚ 1 ਲੱਖ ਕੇਸ ਆਇਆ। ਜਿਹੜੇ ਕੇਸ ਪਹਿਲਾਂ ਹਜ਼ਾਰਾਂ 'ਚ ਰਹਿ ਗਏ ਸੀ, ਹੁਣ ਉਹ ਲੱਖਾਂ 'ਚ ਹੋਣੇ ਸ਼ੁਰੂ ਹੋ ਗਏ। 3 ਮੁਲਕ, ਇੰਗਲੈਂਡ, ਫਰਾਂਸ ਤੇ ਇਜ਼ਰਾਈਲ, ਬ੍ਰਾਜ਼ੀਲ, ਇਹਨਾਂ 'ਚ ਕੱਲ ਮੈਕਸਿਮਮ ਕੇਸ ਆਏ ਨੇ। ਜੇ ਤੁਸੀਂ, ਔਰ ਕਿੰਨੇ ਦੇਸ਼ ਨੇ ਜਿਨ੍ਹਾਂ 'ਚ 10,000 15,000 ਕੇਸ ਆਏ ਨੇ, ਠੀਕ ਹੈ, ਸਾਡੇ ਭਾਰਤ 'ਚ ਨਹੀਂ ਇੰਨੇ ਆਏ। ਪਹਿਲੀ ਗੱਲ ਇਹ ਗੱਲ ਕਹਿਣਾ ਕਿ ਕਰੋਨਾ ਦੀ ਕੋਈ ਥ੍ਰੈਟ ਨਹੀਂ ਹੈ, ਇਹ ਆਪਣੇ ਆਪ 'ਚ ਮੇਰਾ ਖਿਆਲ ਹੈ ਤੱਥਾਂ ਤੋਂ ਦੂਰ ਹੈ। ਗੱਲ ਥ੍ਰੈਟ ਹੈਗੀ ਹੈ, ਪਰ ਉਹਦੇ ਰੋਕਣ ਦਾ ਜਿਹੜਾ ਗੱਲ ਕਹਿਣੀ ਹੈ ਵੀ ਅਸੀਂ ਨਾਈਟ ਕਰਫਿਊ ਲਾ ਕੇ ਅਸੀਂ ਚੋਣਾਂ ਰੋਕ ਦਾਂਗੇ, ਇੱਕ ਤਾਂ ਇਹ ਗਲਤ ਹੈ। ਪਹਿਲਾਂ ਵੀ ਮੈਂ ਕਿਹਾ ਸੀ ਇਹ ਜਿਹੜੇ ਲੋਕਾਂ ਦੀ ਮੂਵਮੈਂਟ ਬੰਦ ਕਰਕੇ ਨਹੀਂ ਰੋਕਿਆ ਜਾ ਸਕਦਾ, ਇਹਦੇ ਪ੍ਰੋਪਰ ਉਸ ਨਾਲ ਰੋਕਥਾਮ ਨਾਲ ਰੋਕਿਆ ਜਾ ਸਕਦਾ। ਉਹ ਅਸੀਂ ਕਰ ਨਹੀਂ ਰਹੇ। ਉਹ ਕਹਿਣ ਨੂੰ ਜਿੰਨਾ ਮਰਜ਼ੀ ਕਹੀ ਜਾਈਏ। ਔਰ ਸਾਡੇ ਸਾਹਮਣੇ ਸਿੰਘੂ ਮੋਰਚੇ ਦੇ ਉੱਤੇ ਉਹ ਜਿਹੜਾ ਕਿਸਾਨ ਮੋਰਚਾ ਸੀ, ਸੰਯੁਕਤ ਕਿਸਾਨ ਮੋਰਚਾ, ਤਿੰਨੇ ਬਾਰਡਰਾਂ ਦੇ ਉੱਤੇ ਕਿੰਨਾ ਇਕੱਠ ਰਹਿੰਦਾ ਰਿਹਾ। ਉੱਥੇ ਤਾਂ ਕਰੋਨਾ ਫੈਲਦਾ ਨਹੀਂ। ਇਹਨਾਂ ਨੇ ਕੋਸ਼ਿਸ਼ ਕਰੀ ਸੀ ਦਿਖਾਉਣ ਦੀ ਵੀ, ਦੇਖੋ ਜੀ ਬਹੁਤ ਫਾਇਦਾ ਫਲਾਣਾ ਹੋ ਜੂ। ਸੋ ਇਹ ਜਿਹੜਾ ਤੌਰ ਤਰੀਕਾ ਹੈ ਇਹਨੂੰ ਹੈਂਡਲ ਕਰਨ ਦਾ, ਇਹ ਕਿਤੇ ਨਾ ਕਿਤੇ ਗਲਤ ਹੈ। ਔਰ ਇਹਨਾਂ ਦੇ ਜਿਹੜੀ ਕੇਂਦਰ ਸਰਕਾਰ ਦੇ ਸਮਰਥਕ ਵੀ ਕਈ ਐਸੇ ਡਾਕਟਰ ਹੈਗੇ ਨੇ ਜਿਹੜੇ ਇਹਦਾ ਵਿਰੋਧ ਕਰ ਰਹੇ ਵੀ ਇਹ ਤੌਰ ਤਰੀਕਾ ਗਲਤ ਹੈ। ਦੂਜਾ ਪਾਸਾ ਇਹ ਹੈ ਵੀ ਜਦ ਅਸੀਂ ਕਰੋਨਾ ਨੂੰ ਇੱਕ ਵੈਪਨ ਬਣਾ ਕੇ ਯੂਜ਼ ਕਰਾਂਗੇ, ਫਿਰ ਤਾਂ ਪੋਲਿਟਿਕਸ ਆਊਗੀ। ਤੁਸੀਂ ਵੈਪਨ ਬਣਾ ਕੇ ਕਿ ਜੀ ਆਉਣਾ ਜਾਣਾ ਔਖਾ ਹੈ, ਇਹ ਗੱਲ ਤਾਂ ਸਹੀ ਹੈ ਵੀ ਜੇ ਕਰੋਨਾ ਫੈਲੂਗਾ ਤਾਂ ਚੋਣ ਨਹੀਂ ਹੋ ਸਕਦੀ, ਕਿਉਂਕਿ ਸਾਰਾ ਅਮਲਾ ਚਾਹੀਦਾ। ਉਹ ਅਮਲਾ ਤੁਸੀਂ ਕਰੋਨਾ ਨੂੰ ਹੈਂਡਲ ਕਰਨ ਤੇ ਲਾਓਗੇ ਕਿ ਤੁਸੀਂ ਚੋਣਾਂ ਕਰਾਉਣ ਤੇ ਲਾਓਗੇ? ਛੱਡੋ, ਤੁਸੀਂ ਲੋਕਾਂ ਦੇ ਇਕੱਠੇ ਹੋਣ ਦਾ ਨਾ ਹੋਣ ਦੀ ਗੱਲ ਬਿਲਕੁਲ ਹੀ ਛੱਡ ਦਿਓ, ਭੁੱਲ ਜਾਓ ਉਸ ਨੂੰ। ਇਹਦੇ ਬਾਵਜੂਦ ਵੀ ਜੇ ਕਰੋਨਾ ਫੈਲੂਗਾ ਤਾਂ ਇਹ ਚੋਣ ਰੋਕਣੀ ਹੀ ਪਊਗੀ, ਨਹੀਂ ਤਾਂ ਫਿਰ ਸ਼ਵੈ ਨਹੀਂ ਗੰਗਾ ਆਏਗੀ। ਪਰ ਜੇ ਕਰੋਨਾ ਨਹੀਂ ਫੈਲਦਾ, ਬਹਾਨੇ ਨਾਲ ਰੋਕੀ ਜਾਂਦੀ ਹੈ, ਜਿਵੇਂ ਬੰਗਾਲ 'ਚ ਕਰਿਆ ਗਿਆ ਵੀ ਜਿੱਦੇ ਤਾਂ ਮੋਦੀ ਸਾਹਿਬ ਦੀ ਰੈਲੀ ਹੋਣੀ ਹੈ ਉਦੋਂ ਤੱਕ ਤਾਂ ਕੋਈ ਇਤਰਾਜ਼ ਨਹੀਂ, ਉਦੋਂ ਨੈਕਸਟ ਡੇ ਮਮਤਾ ਬੈਨਰਜੀ ਦੀ ਹੋਣੀ ਸੀ, ਉਹਦੇ ਕਿਤੇ ਪਹਿਲਾਂ ਲਾਤਾ ਵੀ ਹੁਣ ਨਹੀਂ ਤੁਸੀਂ ਰੈਲੀ ਕਰ ਸਕਦੇ। ਉਹ ਇਹ ਜਿਹੜੇ ਤੌਰ ਤਰੀਕੇ ਨੇ ਇਹ ਗਲਤ ਨੇ। ਇਹ ਕਰੋਨਾ ਦੇ ਨਾਂ ਦੇ ਉੱਤੇ ਮੈਂ ਕਹਾਂਗਾ ਸਿਹਤ ਮਹਿਕਮੇ ਨੂੰ ਬਦਨਾਮ ਕਰਨ ਦੀ ਗੱਲ ਹੈ। ਚੰਨੀ ਸਾਹਿਬ ਦੇ ਤੌਖਲਿਆਂ 'ਚ ਕੋਈ ਦਮ ਹੈਗਾ? ਨਹੀਂ, ਮੈਂ ਉਹਨਾਂ ਦੀ ਸਿਆਸੀ ਸਟੇਟਮੈਂਟ, ਮੈਂ ਟੈਕਨੀਕਲੀ ਗੱਲ ਦੱਸਦਾ। ਠੀਕ, ਬੋਲੋ। ਇਹ ਕਹਿਣਾ ਕਿ ਜੀ ਭਾਰਤ ਸਰਕਾਰ ਕੇਂਦਰ ਦੀ ਜਿਹੜੀ ਸਿਹਤ ਦੀਆਂ ਮਾਹਰ ਨੇ, ਸਿਹਤ ਦੇ ਉਹਨਾਂ ਨੂੰ ਮੰਨਦੇ ਨੇ, ਭਾਰਤ ਸਰਕਾਰ ਬਿਲਕੁਲ ਨਹੀਂ ਮੰਨਦੀ। ਮਿਸਿਸ ਕਾਂਗ ਉਹਨਾਂ ਦੇ ਵਿੱਚ ਸੀਗੇ, ਉਹ ਪੁੱਛ ਕੇ ਦੇਖ ਲਿਓ ਉਹਨਾਂ ਨੂੰ ਕਿੰਨਾ ਕੁ ਮੰਨਦੇ ਨੇ। ਇਸੇ ਤਰ੍ਹਾਂ ਹੀ ICMR ਜੋ ਨੇ ਕਿਹਾ ਸੀ ਉਹ ਨਹੀਂ ਮੰਨਿਆ ਗਿਆ ਸੀ। ਇਸੇ ਤਰ੍ਹਾਂ ਹੀ ਕੁਝ ਇਹਨਾਂ ਨੇ ਆਪਦੇ ਡਾਕਟਰ ਬਣਾਏ ਹੋਏ ਨੇ, ਪੋਲੀਟੀਕਲ ਡਾਕਟਰ ਵੀ ਪੋਲੀਟੀਕਲ ਹੈਗੇ ਨੇ, ਉਹ ਆਪਦੇ ਕਿੱਤੇ ਤੋਂ, ਮੈਂ ਕਿਹਾ ਵੀ ਸੀ ਜਦ ਕਸਮ ਤੋਂ ਬੰਦਾ ਪਰਾਂ ਹੋ ਜਾਂਦਾ ਹੈ ਉਦੋਂ ਫਿਰ ਕੁਝ ਵੀ ਕਹਿ ਦਿੰਦਾ ਹੈ। ਜਦ ਇਹਨਾਂ ਨੇ 84 ਦਿਨ ਕਰੇ, 12 ਹਫ਼ਤੇ ਟੀਕਾ ਲਾਉਣ ਦੀ ਜਿਹੜੀ ਦੂਰੀ ਸੀ, ਗੈਪ ਸੀ, ਉਹ 12 ਹਫ਼ਤੇ ਸਿਆਸੀ ਗੈਪ ਸੀ, ਉਹ ਟੈਕਨੀਕਲੀ ਬਿਲਕੁਲ ਕਿਤੇ ਪ੍ਰੂਵ ਨਹੀਂ ਹੋਇਆ ਸੀ। ਪਰ ਕਿਉਂਕਿ ਇਹਨਾਂ ਕੋਲ ਟੀਕੇ ਨਹੀਂ ਸੀਗੇ, ਇਹਨਾਂ ਨੇ ਆਖਿਆ ਵੀ ਆਪਾਂ ਦੂਜੀ ਤਰ੍ਹਾਂ ਬਹਾਨਾ ਲਾ ਦਿਓ ਵੀ ਇਹ ਤਾਂ ਜੀ 12 ਹਫ਼ਤੇ ਬਾਅਦ ਲਾਉਣਾ ਹੈ। ਤੇ ਉਹ ਹੁਣ ਲਾਉਣੇ ਤਾਂ ਸਰਕਾਰ, ਭਾਰਤ ਸਰਕਾਰ ਦਾ ਆਰਡਰ ਹੈ, ਉਹ ਤਾਂ ਕੋਈ ਸੂਬਾ ਸਰਕਾਰ ਨਹੀਂ ਬਦਲ ਸਕਦੀ, ਕੋਈ ਕੁਝ ਨਹੀਂ ਬਦਲ ਸਕਦੀ। ਉਹ 12 ਹਫ਼ਤੇ ਬਾਅਦ ਹੀ ਲੱਗਣ ਲੱਗਿਆ। 12 ਦੇ ਕਿਸੇ ਨੂੰ 13 ਵੀ ਹੋ ਜਾਂਦੇ, 14 ਵੀ ਹੋ ਜਾਂਦੇ ਸੀ। ਸੋ ਜਿਹੜਾ ਇਹ
ਕਰੋਨਾ ਇਹਨੂੰ ਸਿਆਸੀ ਤੌਰ ਤੇ ਵਰਤਿਆ ਗਿਆ ਹੈ, ਤੇ ਜੇ ਵਿਰੋਧੀ ਪਾਰਟੀਆਂ ਇਹਦੇ ਚ ਉਹਨਾਂ ਨੂੰ ਲੱਗਦਾ ਹੈ ਵੀ ਕਿਤੇ ਇਸ ਨੂੰ ਇਹਦੇ ਵੈਪਨ ਵਰਤਿਆ ਜਾ ਰਿਹਾ ਹੈ, ਤਾਂ ਉਹ ਕੋਈ ਉਹਨਾਂ ਦਾ ਖਦਸ਼ਾ ਗਲਤ ਨਹੀਂ ਮੈਂ ਕਹਾਂਗਾ। ਚਲ ਤੀਜੀ ਗੱਲ, ਇੱਕ ਹੋਰ ਲਾਈਨ ਕਹਾਂਗਾ, ਇੱਥੇ ਕਿਹਾ ਗਿਆ ਹੈ ਕਿ ਕਰੋਨਾ ਦੇ ਬਾਵਜੂਦ ਹੋਣਾ ਹੈ ਨਹੀਂ ਹੋਣਾ, ਚੋਣ ਹੋਣੀ ਹੈ ਨਹੀਂ ਹੋਣੀ, ਇਹ ਇਲੈਕਸ਼ਨ ਕਮਿਸ਼ਨ ਫੈਸਲਾ ਕਰਦਾ ਹੈ। ਮੈਨੂੰ ਕਹਿਣਾ ਨਹੀਂ ਚਾਹੀਦਾ, ਪਰ ਕਹਿਣਾ ਪੈ ਰਿਹਾ ਜੇ ਸਾਹਮਣੇ ਆ ਜੇ ਵੀ ਆਪਾਂ ਨੂੰ ਪਤਾ ਹੀ ਹੈ ਇਲੈਕਸ਼ਨ ਕਮਿਸ਼ਨ ਫੈਸਲੇ ਕਿਵੇਂ ਕਰਦਾ। ਉਹਨਾਂ ਤਾਂ ਇੱਕ ਇਲੈਕਸ਼ਨ ਕਮਿਸ਼ਨ ਜਿਹੜਾ ਡਿਫਰ ਕਰ ਗਿਆ ਸੀ ਉਹਨੂੰ ਬਾਹਰ ਵੀ ਕੱਢ ਦਿੱਤਾ ਗਿਆ ਸੀ। ਠੀਕ ਮਿਸਟਰ ਜੋਸ਼ੀ, ਸਵਾਲ ਇਹੀ ਹੈ, ਕਾਂਗਰਸ ਨੇ ਵੀ ਇਹੀ ਸਵਾਲ ਕੀਤਾ ਸੀ ਮਿਸਟਰ ਖਟਿਆਲ ਨੇ, ਤੇ ਮਿਸਟਰ ਅਹਿਬਾਬ ਵੀ ਇਹੀ ਗੱਲ ਕਹਿ ਰਿਹਾ, ਤੁਹਾਡਾ ਇਨਫਲੂਐਂਸ ਹੈ ਇਲੈਕਸ਼ਨ ਕਮਿਸ਼ਨ ਤੇ, ਜਿਵੇਂ ਤੁਸੀਂ ਚਾਹੋਗੇ ਉਵੇਂ ਫੈਸਲਾ ਹੋਊਗਾ। ਵੈਸੇ ਸੰਵਿਧਾਨਕ ਬਾਡੀ ਹੈ, ਉਹਦੇ ਵਿੱਚ ਇਨਫਲੂਐਂਸ ਨਹੀਂ ਹੋਣਾ ਚਾਹੀਦਾ, ਸੰਵਿਧਾਨਕ ਢਾਂਚਾ ਉਹਨੂੰ ਆਪਦੇ ਤੌਰ ਤਰੀਕੇ ਨਾਲ ਫੈਸਲਾ ਕਰਨਾ ਚਾਹੀਦਾ, ਪਰ ਇਹ ਪਾਰਟੀਆਂ ਤੁਹਾਡੇ ਤੇ ਇਲਜ਼ਾਮ ਲਾ ਰਹੀਆਂ। ਇਹਨਾਂ ਦਾ ਇਲਜ਼ਾਮ ਲਾਉਣਾ ਫਰਜ਼ ਲਾਈ ਜਾਣ ਡੇ ਨੇ। ਇਹਨਾਂ ਨੇ ਰੋਟੀਆਂ ਕਿੱਦਾਂ ਸੇਕਣੀਆਂ ਨੇ ਰਾਜਨੀਤੀ ਵਾਲੀਆਂ, ਯਾਨੀ ਕਿ ਇੱਕ ਸੰਵਿਧਾਨਕ ਅਹੁਦਾ, ਇੱਕ ਸੰਵਿਧਾਨਕ ਜਿਹੜਾ ਹੈਗਾ ਮਹਿਕਮਾ ਵਾ, ਉਹਦੇ ਆਪਣੇ ਫੈਸਲੇ ਹੁੰਦੇ ਨੇ। ਇਦਾਂ ਕੋਈ ਮੂੰਹ ਚੱਕ ਕੇ ਕਿਸੇ ਤੇ ਬਲੇਮ ਲਾ ਦੂਗਾ ਫੜ ਕੇ। ਜੋਸ਼ੀ ਸਾਹਿਬ ਜੇ ਮਿਸਟਰ ਚੰਨੀ ਇਹ ਗੱਲ ਕਹਿੰਦੇ ਪਿਆ ਕਿ ਅਸੀਂ ਇਲੈਕਸ਼ਨ ਲਈ ਅੱਜ ਹੀ ਤਿਆਰ ਹਾਂ, ਬੀਜੇਪੀ ਤਿਆਰ ਹੈ? ਤੇ ਬੀਜੇਪੀ ਤੇ ਕਦੋਂ ਦੀ ਤਿਆਰ ਆ, ਕਰਾਓ ਸਵੇਰੇ ਇਲੈਕਸ਼ਨ। ਅਸੀਂ ਤਾਂ ਨਿਰਦੇਸ਼ ਦਾ ਪਾਲਣ ਕਰ ਰਹੇ ਹਾਂ, ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦਾ। ਚੰਨੀ ਸਾਹਿਬ ਨੇ ਆਪਣੇ ਕੋਲੋਂ ਸਟੇਟਮੈਂਟ ਦੇ ਦਿੱਤੀ ਆ, ਮੈਨੂੰ ਸਮਝ ਨਹੀਂ ਆ ਰਹੀ, ਇੱਕ ਐਡਾ ਖੂਬਸੂਰਤ ਡੈਕੋਰਮ ਆ, ਚੀਫ ਮਿਨਿਸਟਰ ਦਾ ਅਹੁਦਾ ਵਾ, ਚੰਨੀ ਸਾਹਿਬ ਨੂੰ ਹੋ ਕੀ ਗਿਆ? ਕਿਹੜੇ ਬੰਨੇ ਤੁਰ ਪਏ ਨੇ ਚੰਨੀ ਸਾਹਿਬ? ਕੁਝ ਸਿਹਤ ਖਰਾਬ ਲੱਗਦੀ ਤੁਹਾਨੂੰ? ਹਾਂਜੀ, ਚੰਨੀ ਸਾਹਿਬ ਦੀ ਸਿਹਤ ਖਰਾਬ ਲੱਗਦੀ ਤੁਹਾਨੂੰ? ਨਹੀਂ, ਸਿਹਤ ਵਾਲੀ ਗੱਲ ਨਹੀਂ ਹੈਗੀ, ਚੰਨੀ ਸਾਹਿਬ ਦੀ ਸਿਹਤ ਵਾਲੀ ਗੱਲ ਨਹੀਂ ਹੈਗੀ। ਮੈਂ ਇੱਕ ਰਿਸਪੈਕਟੇਬਲ ਵੇ ਨਾਲ ਉਹਨਾਂ ਬਾਰੇ ਕਹਿਣਾ ਪਿਆ ਵਾਂ ਕਿ ਚੰਨੀ ਸਾਹਿਬ ਜਿਹੜੀ ਸਟੇਟਮੈਂਟਸ ਦੇ ਰਹੇ ਨੇ, ਪਹਿਲੀ ਗੱਲ ਤੇ ਤੁਸੀਂ ਦੇਖੋ ਨਾ ਕਿ ਉਹਨਾਂ ਦੀ ਸਟੇਟਮੈਂਟ ਵਿੱਚ ਕੀ ਕਹਿਣਾ ਕੀ ਚਾਹੁੰਦੇ ਨੇ। ਉਹ ਇਲਜ਼ਾਮ ਸਿੱਧਾ ਦਿੱਲੀ ਸਰਕਾਰ ਕਿਹਦੀ ਹੈ? ਦਿੱਲੀ ਸਰਕਾਰ ਇਹਦੀ ਹੈਗੀ ਆਮ ਆਦਮੀ ਪਾਰਟੀ ਦੀ, ਤੇ ਬੀਜੇਪੀ ਨੂੰ ਵਿੱਚ ਕਿਉਂ ਲੈ ਕੇ ਆ ਰਹੇ ਨੇ? ਅਰਵਿੰਦ ਕੇਜਰੀਵਾਲ ਨਿਸ਼ਾਨਾ ਸੀ? ਨਹੀਂ, ਨਿਸ਼ਾਨਾ ਉਹਨਾਂ ਦਾ ਜਿਹੜਾ ਮਰਜ਼ੀ ਹੋਵੇ। ਰਾਜਨੀਤਿਕ ਪਾਰਟੀਆਂ ਇੱਕ ਦੂਜੇ ਦੇ ਉੱਤੇ ਤੋਮਤਾਂ ਲਾਉਂਦੀਆਂ ਹੁੰਦੀਆਂ। ਚਲੋ ਮੈਨੂੰ ਦੱਸੋ ਚੇਤਨ ਜੋਸ਼ੀ, ਤੁਹਾਡੀ ਜਿਹੜੀ ਉੱਥੇ ਦਿੱਲੀ ਦੇ ਵਿੱਚ ਬੀਜੇਪੀ ਬੈਠੀ ਹੈ, ਤੁਹਾਡੀ ਦਿੱਲੀ ਨਹੀਂ, ਤੁਹਾਡੀ ਦਿੱਲੀ ਦੇ ਵਿੱਚ ਜਿਹੜੀ, ਮੈਂ ਸਰਕਾਰ ਦੀ ਗੱਲ ਨਹੀਂ ਕਰ ਰਿਹਾ, ਜਿਹੜੀ ਆਪੋਜੀਸ਼ਨ 'ਚ ਬੈਠੀ ਹੈ ਦਿੱਲੀ ਦੇ ਵਿੱਚ, ਜਿਹੜੀ ਕੇਜਰੀਵਾਲ ਦੇ ਖਿਲਾਫ ਬੈਠੀ ਹੈ, ਉਹ ਨਾਈਟ ਕਰਫਿਊ ਦਾ ਵਿਰੋਧ ਨਹੀਂ ਕਰਦੀ? ਦੇਖੋ, ਇਲਾਕੇ ਦੇ ਵਾਈਜ਼ ਜੇ ਤੁਸੀਂ ਗੱਲ ਕਰਦੇ ਹੋ, ਗੱਲ ਪੂਰੀ ਸੁਣ ਲਿਓ ਮੇਰੀ, ਵਿੱਚ ਨਾ ਕੱਟਿਓ। ਦਿੱਲੀ ਇੱਕ ਸਟੇਟ ਹੋਣ ਦੇ ਨਾਲ ਇੱਕ ਮਹਾਨਗਰ ਵੀ ਹੈਗਾ, ਠੀਕ ਹੈ ਜੀ। ਦਿੱਲੀ ਦੇ ਵਿੱਚ ਜੇ ਨਾਈਟ ਕਰਫਿਊ ਲਗਾਇਆ ਗਿਆ ਵਾ, ਤੇ ਦਿੱਲੀ ਦੇ ਵਿੱਚ ਨਾਈਟ ਕਰਫਿਊ ਬੀਜੇਪੀ ਨੇ ਚੁੱਕ ਕੇ ਜਾਂ ਆਮ ਆਦਮੀ ਪਾਰਟੀ ਨੇ ਚੁੱਕ ਕੇ ਨਹੀਂ ਲਾਇਆ, ਉਹਨਾਂ ਨੂੰ ਕੁਝ ਫੀਡਬੈਕ ਆਈ ਹੋਏਗੀ, ਉਹਦੇ ਆਧਾਰ ਦੇ ਉੱਤੇ ਤੁਸੀਂ ਦੇਖੋ ਦਿੱਲੀ ਦੇ ਵਿੱਚ ਰਾਤ 1-2 ਤੁਸੀਂ ਆਪ ਦਿੱਲੀ ਨੌਕਰੀ ਕੀਤੀ ਹੈ, ਤੁਸੀਂ ਵੀ 2-3 ਵਜੇ ਆਉਂਦੇ ਰਹੇ, ਤੁਹਾਨੂੰ ਵੀ ਪਤਾ ਵਾ ਕਿ ਰਸ਼ ਉੱਥੇ ਕਿੰਨਾ ਪਿਆ ਹੁੰਦਾ ਉਸ ਟਾਈਮ। ਸੋ ਕਹਿਣ ਦਾ ਮਤਲਬ ਇਹ ਆ ਕਿ ਇਹ ਉੱਥੋਂ ਦੀਆਂ ਜਿਹੜੀਆਂ ਸਿਹਤ ਡਿਪਾਰਟਮੈਂਟ ਹੈਗੇ ਨੇ, ਹੈਲਥ ਡਿਪਾਰਟਮੈਂਟ ਆ, ਉਹਨਾਂ ਨੇ ਕੰਸੀਡਰ ਕੀਤਾ ਹੋਊਗਾ, ਤਾਂ ਹੀ ਇਹ ਰੂਲ ਲਾਗੂ ਹੋਏ ਨੇ। ਹੁਣ ਜਿਸ ਤਰ੍ਹਾਂ ਹੁਣ ਗਰਗ ਸਾਹਿਬ ਨੇ ਇੰਨੀ ਗੱਲ ਕਰ ਦਿੱਤੀ ਆ, ਗਰਗ ਸਾਹਿਬ ਨੇ ਕਹਿਤਾ ਜੀ ਇਦਾਂ ਦੀ ਗੱਲ, ਗਰਗ ਸਾਹਿਬ ਦੇ ਆਪਣੇ ਵਿਊਜ਼ ਨੇ, ਲੇਕਿਨ ਗਰਗ ਸਾਹਿਬ ਕੋ ਰੱਬ ਤੇ ਹੈ ਨਹੀਂ ਵੀ ਜੋ ਕਹਿਤਾ ਉਹ ਸੱਚ ਨਿਕਲੇਗਾ। ਇਹਨਾਂ ਦੇ ਵਿਊਜ਼ ਤੇ ਅਸੀਂ ਰਿਸਪੈਕਟ ਕਰਦੇ ਆ, ਰਿਗਾਰਡ ਕਰਦੇ ਆ, ਲੇਕਿਨ ਜੋ ਰੱਬ ਕੌਣ ਹੈ? ਰੱਬ ਕੋਈ ਵੀ ਨਹੀਂ ਇੱਥੇ ਇਸ ਟਾਈਮ। ਇਹਦੇ ਵਿੱਚ ਤੇ ਅਸੀਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਨੇ, ਉਹ ਐਕਸਪਰਟ ਬਣ ਕੇ ਆਏ ਨੇ, ਉਹਨਾਂ ਦੀ ਗੱਲ ਵਿੱਚ ਸੱਚਾਈ ਕਿੰਨੀ ਆ ਉਹ ਜਾਣਦੇ ਨੇ। ਅਸੀਂ ਐਕਸੈਪਟ ਕਰਨਾ ਕਿ ਨਹੀਂ ਕਰਨਾ ਸਾਡੀ ਮਰਜ਼ੀ। ਉਹਨਾਂ ਦਾ ਬੜੇ ਵਰਿਆਂ ਦਾ ਤਜਰਬਾ ਚੇਤਨ ਜੋਸ਼ੀ, ਸਾਡਾ ਤਜਰਬਾ ਨਹੀਂ ਹੈਗਾ, ਅਸੀਂ ਐਵੇਂ ਆ ਕੇ ਪਾਰਟੀਆਂ ਨੇ, ਸਾਡੀ ਪਾਰਟੀ ਦਾ ਕੋਈ ਤਜਰਬਾ ਨਹੀਂ। ਉਹਨਾਂ ਦਾ ਟੈਕਨੀਕਲ ਵਾਲੀ ਗੱਲ ਨਹੀਂ ਹੈਗੀ, ਅਸੀਂ ਕਿਉਂ ਐਕਸੈਪਟ ਕਰੀਏ ਉਹਨਾਂ ਦੀ ਗੱਲ? ਤੁਸੀਂ ਤਾਂ ਐਕਸੈਪਟ ਕਰ ਸਕਦੇ ਹੋ, ਅਸੀਂ ਕੋਈ ਐਕਸੈਪਟ ਨਹੀਂ ਕਰਦੇ। ਉਹਨਾਂ ਨੇ ਆਪਣਾ ਬਿਆਨ ਦੇ ਦਿੱਤਾ, ਬਿਲਕੁਲ ਥ੍ਰੈਟ ਹੈਗਾ, ਬਿਲਕੁਲ ਥ੍ਰੈਟ ਹੈਗਾ। ਉਹ ਜਿਹੜੀਆਂ ਦੂਸਰੀਆਂ ਵਿੱਚ ਗੱਲਾਂ ਕਰਦੇ ਪਏ ਨੇ ਨਾ, ਜਿਹੜੀਆਂ ਪੋਲਿਟਿਕਸ ਔਰ ਪੋਲਿਟਿਕਸ ਡਾਕਟਰ ਕਹਿ ਰਹੇ ਨੇ, ਜੇ ਡਾਕਟਰ ਪੋਲਿਟਿਕਸ ਵਾਲੀ ਗੱਲ ਤੁਸੀਂ ਕਹਿਤੀ ਆ, ਤੁਸੀਂ ਤਾਂ ਇਲਜ਼ਾਮ ਲਾਤਾ ਪੂਰੇ ਡਾਕਟਰ ਮਹਿਕਮੇ ਦੇ ਉੱਤੇ। ਚਲੋ ਇਦਾਂ ਦੀ ਗਲਤ ਨਹੀਂ ਕਹਿਣੀ ਚਾਹੀਦੀ। ਹਾਂ, ਪਰ ਤੁਹਾਡਾ ਵਿਚਾਰ ਆ, ਅਸੀਂ ਸਵਾਗਤ ਕਰਦੇ ਤੁਹਾਡੇ ਵਿਚਾਰ ਦਾ। ਹਾਂ ਮਿਸਟਰ ਖੜਿਆਲ, ਬੋਲੋ ਕੀ ਕਹਿਣਾ ਚਾਹ ਰਹੇ? ਸਪਸ਼ਟ ਰੱਖੂੰਗਾ, ਬੜਾ ਕਲੀਅਰ ਇੰਪੋਰਟੈਂਟ ਪੁਆਇੰਟਸ ਹੈ। ਪਹਿਲੀ ਗੱਲ, ਬੀਜੇਪੀ ਤੇ ਆਮ ਆਦਮੀ ਪਾਰਟੀ ਨੂੰ ਜੇ ਲੱਗਦਾ ਹੈ ਕਿ ਉਹ ਮਿਸ ਰਿਪਰੈਜ਼ੈਂਟ ਹੋ ਰਿਹਾ, ਤਾਂ ਇਹਨਾਂ ਦੀ ਲੀਡਰਸ਼ਿਪ ਨੂੰ ਅੱਗੇ ਆਉਣਾ ਚਾਹੀਦਾ, ਕਲੀਅਰ ਕਰ ਦੇਣਾ ਚਾਹੀਦਾ ਕਿ ਇਹ ਗਲਤ ਹੈ, ਇਲੈਕਸ਼ਨਸ ਕਰਵਾ ਲਓ। ਜੇ ਨਹੀਂ ਕਰਦੇ ਤਾਂ ਇੱਥੋਂ ਪਤਾ ਲੱਗਦਾ ਕਿ ਉਹਨਾਂ ਨੇ ਤਾਂ ਕਲੀਅਰ ਕੀਤਾ ਹੈ, ਉਹਨਾਂ ਨੇ ਤਾਂ ਕਲੀਅਰ ਕੀਤਾ ਹੈ। ਮਿਸਟਰ ਖੜਿਆਲ ਉਹ ਕਹਿ ਰਹੇ ਵਾਰ-ਵਾਰ ਕਿ ਇਲੈਕਸ਼ਨ ਕਮਿਸ਼ਨ ਫੈਸਲਾ ਕਰਦਾ, ਅਸੀਂ ਥੋੜੀ ਫੈਸਲਾ ਕਰਨ ਵਾਲੇ ਆ, ਅਸੀਂ ਤਾਂ ਜੋ ਕਹਿ ਰਹੇ ਹਾਂ। ਈਵਨ ਕਿ ਉੱਥੋਂ ਤੱਕ ਇਹ ਕਹਿ ਰਹੇ ਬੀਜੇਪੀ ਦੇ ਲੀਡਰ ਕਿ ਜੇ ਵਰਚੁਅਲ ਰੈਲੀ ਕਰਨੀ ਦੀ ਲੋੜ ਪਈ ਅਸੀਂ ਉਹ ਵੀ ਤਿਆਰ ਬੈਠੇ ਹਾਂ। ਦੇਖੋ, ਮੈਂ ਤਾਂ ਕਹਿਣਾ ਬਿਕੋਜ਼ ਦੇ ਆਰ ਬਲੋਇੰਗ ਹੌਟ ਐਂਡ ਕੋਲਡ ਐਟ ਦ ਸੇਮ ਟਾਈਮ। ਜਿਹੜੀ ਚੀਜ਼ ਮੈਂ ਅਗਲੀ ਕਹਿਣ ਲੱਗਿਆ ਸੀ, ਇਸ ਸਵਾਲ ਦੇ ਜਵਾਬ ਉਦੋਂ ਦਿਨ ਜਦੋਂ ਵਾਰੀ ਆਵੇ। ਮੇਰਾ ਸਵਾਲ ਹੈ ਜੋਸ਼ੀ ਸਾਹਿਬ ਨੂੰ ਕਿ ਇਹ ਕਹਿਣਾ ਗਲਤ ਤਾਂ ਨਹੀਂ ਨਾ ਵੀ ਤੁਸੀਂ ਇੱਕ ਡਿਸਪਲਿਨਰੀ ਕਮੇਟੀ ਹੈਗੀ ਹੈ ਉਹ ਪੰਜਾਬ ਦੇ ਵਿੱਚ ਭੇਜੀ ਹੈ, ਜਿਹੜੀ ਮੋਨੀਟਰ ਕਰ ਰਹੀ ਹੈ, ਮਲਟੀ ਡਿਸਪਲਿਨਰੀ ਕਮੇਟੀ ਇਹਨਾਂ ਨੇ ਪੰਜਾਬ ਭੇਜੀ ਬੀਜੇਪੀ ਨੇ। ਇਸ ਸਵਾਲ ਦਾ ਜਵਾਬ ਦੇਣ ਜਦੋਂ ਇਹਨਾਂ ਦਾ ਟਾਈਮ ਹੋ। ਦੂਜੀ ਗੱਲ, ਇਲੈਕਸ਼ਨ ਪੋਸਟਪੋਨ ਕਰਕੇ ਕੋਈ ਇਫੈਕਟ ਨਹੀਂ ਹੋਊਗਾ, ਬਿਕੋਜ਼ ਦੇਖੋ ਲੋਕਾਂ ਨੇ ਤਾਂ ਵੈਸੇ ਵੀ ਮਿਲਣਾ ਹੈ, ਲੋਕਾਂ ਨੇ ਗ੍ਰੀਟ ਵੀ ਕਰਨਾ, ਬਾਹਰ ਵੀ ਜਾਣਾ, ਸਭ ਹੋਊਗਾ, ਤਾਂ ਇਹ ਤਾਂ ਇਰਰੈਲੇਵੈਂਟ ਚੀਜ਼ ਹੈ। ਲੇਕਿਨ ਇੰਪੋਰਟੈਂਟ ਪੁਆਇੰਟ ਜਿਹੜੇ ਹੁਣ ਇਹ ਹੈ ਕਿ ਜਿਹੜਾ ਪ੍ਰੈਜ਼ੀਡੈਂਟ ਹੈ, ਉਹ ਜਦੋਂ ਗਵਰਨਮੈਂਟ ਨਵੀਂ ਆਉਂਦੀ ਹੈ, ਪ੍ਰੈਜ਼ੀਡੈਂਟ ਚੇਂਜ ਹੋ ਜਾਂਦਾ ਹੈ, ਰਾਈਟ? ਪ੍ਰੈਜ਼ੀਡੈਂਟ ਇਲੈਕਸ਼ਨ ਕਮਿਸ਼ਨ ਨੂੰ ਅਪਾਇੰਟ ਕਰਦਾ ਹੈ, ਤੇ ਇਲੈਕਸ਼ਨ ਕਮਿਸ਼ਨ ਡਿਸਾਈਡ ਕਰਦਾ ਇਲੈਕਸ਼ਨ ਕਦੋਂ ਹੋਣਗੇ, ਕਿਵੇਂ ਹੋਣਗੇ, ਰੀ ਇਲੈਕਸ਼ਨ ਕਿੱਥੇ ਹੋਊਗਾ, ਵਿਚ ਇਜ਼ ਅ ਕਨਫਲਿਕਟ ਆਫ ਇੰਟਰਸਟ। ਬਿਕੋਜ਼ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਹੈ ਕਿ
you cannot be a judge in your own case ਤੇ ਇੱਥੇ president is appointing the election commission ਤਾਂ ਇਹ ਬਹੁਤ ਵੱਡਾ conflict of interest ਹੈ, ਬਹੁਤ important question ਹੈ। ਦੂਜੀ ਗੱਲ, ਇਹਨਾਂ ਨੇ ਕਿਹਾ ਗਰੇਵਾਲ ਸਾਹਿਬ ਨੇ ਕਿ ਤੁਸੀਂ ਰਿਲੀਜੀਅਸ ਇਵੈਂਟਸ ਨੂੰ curtail ਨਹੀਂ ਕਰ ਸਕਦੇ, ਰੋਕ ਨਹੀਂ ਲਾ ਸਕਦੇ। ਤਾਂ ਮੈਨੂੰ ਗੱਲ ਦੱਸੋ, ਆਮ ਆਦਮੀ ਪਾਰਟੀ ਨੇ ਤਬਲੀਗੀ ਜਮਾਤ ਨੂੰ ਕਿਉਂ ਕੰਡੈਮ ਕੀਤਾ, ਕਿਉਂ ਉਹਨਾਂ ਦੇ ਖਿਲਾਫ ਐਕਸ਼ਨ ਲਿਆ? ਦੂਜੀ ਗੱਲ, ਇਹ ਕਹਿ ਰਹੇ ਕਿ ਚੰਨੀ ਸਾਹਿਬ ਨੂੰ ਸੋਚ ਕੇ ਬੋਲਣਾ ਚਾਹੀਦਾ। ਚੰਨੀ ਸਾਹਿਬ ਸੋਚ ਕੇ ਬੋਲਦੇ ਆ, ਤਾਂ ਹੀ ਕਰਕੇ ਕੇਜਰੀਵਾਲ ਸਾਹਿਬ ਵਾਂਗੂ ਸਟੇਟਮੈਂਟ ਦੇ ਕੇ ਮਾਫੀ ਨਹੀਂ ਮੰਗਦੇ। ਤੀਜੀ ਗੱਲ, ਇਹਨਾਂ ਨੇ ਕਿਹਾ ਕਿ ਚੰਨੀ ਸਾਹਿਬ ਜੋਸ਼ੀ ਸਾਹਿਬ ਦਾ ਸਵਾਲ, ਇਹ ਕਹਿੰਦੇ ਕਿ ਚੰਨੀ ਸਾਹਿਬ ਪਤਾ ਨਹੀਂ ਕਿੱਥੋਂ ਆ ਕੇ ਕਹਿ ਕੁ ਦਿੰਦੇ ਆ। ਇਹਨਾਂ ਨੇ ਕਿਹਾ ਕਿ ਇਲੈਕਸ਼ਨ ਕਮਿਸ਼ਨ ਨਾ ਕੋਈ ਆਂਢ ਗੁਆਂਢ ਦਾ ਮਹੱਲਾ ਨਹੀਂ ਹੈਗਾ, ਇਨਪੁਟਸ ਆਉਂਦੇ ਆ ਹੁੰਦਾ। ਸੀਐਮ ਆਫਿਸ ਕੋਈ ਆਂਢ ਗੁਆਂਢ ਦਾ ਮਹੱਲਾ ਹੈ ਜੀ? ਸੀਐਮ ਕੋਲ ਇਨਪੁਟਸ ਆਉਂਦੇ ਆ, ਪ੍ਰੋਪਰ ਡਿਟੇਲ ਆਉਂਦੀ ਹੈ, ਰਿਪੋਰਟ ਆਉਂਦੀ ਹੈ, ਜਿਹਦੇ ਬੇਸਿਸ ਤੇ ਸੀਐਮ ਸਟੇਟਮੈਂਟ ਦਿੰਦਾ ਹੈ। ਇਹ ਡਿਸਪਲਿਨਰੀ ਕਮੇਟੀ ਬਣਾਈ ਹੈ ਪੰਜਾਬ ਭੇਜ ਕੇ, ਤੇ ਜੇ ਨੋ ਕਹੋਗੇ ਤਾਂ ਯੂ ਵਿਲ ਬੀ ਚੈਲੰਜਿੰਗ ਯੋਰਸੈਲਫ ਤੇ ਯੂ ਵਿਲ ਹੈਵ ਟੂ ਪ੍ਰੂਵ ਇਟ। ਚਲੋ ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਬਹੁਤ ਸੰਜੀਦਗੀ ਵਾਲੀ ਚਰਚਾ ਹੋਣੀ ਚਾਹੀਦੀ ਹੈ ਇਸ ਮੁੱਦੇ ਤੇ। ਨਾਈਟ ਕਰਫਿਊ ਹੱਲ ਹੈਗਾ ਕਿ ਨਹੀਂ ਹੈਗਾ? ਸਿਹਤ ਮਹਿਕਮਾ ਕੀ ਕਹਿੰਦਾ, ਕੀ ਉਹਦੀਆਂ ਗਾਈਡਲਾਈਨਸ ਹੈਗੀਆਂ, WHO ਦੀਆਂ ਕੀ ਗਾਈਡਲਾਈਨਸ ਹੈਗੀਆਂ, ਕਰੋਨਾ ਓਮਿਕਰੋਨ ਨੂੰ ਵੈਪਨ ਦੇ ਤੌਰ ਤੇ ਤਾਂ ਨਹੀਂ ਵਰਤਿਆ ਜਾ ਰਿਹਾ? ਸਾਰੇ ਸਵਾਲ ਹੋ ਰਹੇ ਆ, ਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਇਹ ਸਵਾਲ ਕਿੱਥੇ ਜਾ ਕੇ ਖੜਦੇ ਆ? ਲੋਕਾਂ ਵਿੱਚ ਚਰਚਾ ਇਹੀ ਹੈ ਇਲੈਕਸ਼ਨ ਪੋਸਟਪੋਨ ਹੋਣ ਜਾ ਰਹੇ ਆ, ਪਰ ਸਿਆਸਤ ਨੂੰ ਘਬਰਾਹਟ ਕਾਦੀ ਹੋ ਰਹੀ ਹੈ? ਸਵਾਲ ਇਹ ਵਾਪਸ ਆ ਆਮ ਆਦਮੀ ਪਾਰਟੀ ਇਹ ਇਲੈਕਸ਼ਨ ਨਹੀਂ ਹੋਣੇ ਚਾਹੀਦੇ ਤਰੀਕਾ ਅਪਣਾ ਰਹੇ। 5 ਸੂਬਿਆਂ ਦੀ ਵਿਧਾਨ ਸਭਾ ਚੋਣਾਂ ਤੇ ਓਮਿਕਰੋਨ ਦਾ ਅਸਰ ਹੋਵੇਗਾ। ਅਹਿਬਾਬ ਗਰੇਵਾਲ, ਮੈਂ ਸਵਾਲ ਕਰਨਾ ਨਹੀਂ ਚਾਹ ਰਿਹਾ ਸੀਗਾ, ਪਰ ਇਹ ਸਵਾਲ ਆ ਗਿਆ। ਤੁਸੀਂ ਕਿਹਾ ਧਰਮ ਦੇ ਮੁੱਦੇ ਤੇ ਅਸੀਂ ਇੱਕ ਤਰਫਾ ਫੈਸਲਾ ਨਹੀਂ ਕਰ ਸਕਦੇ ਕਿ ਸਾਨੂੰ ਉਹਦਾ ਸਨਮਾਨ ਕਰਨਾ ਬਣਦਾ ਹੈ। ਅਹਿਬਾਬ ਗਰੇਵਾਲ ਸਰ, ਸਿਹਤ ਧਰਮ ਨਹੀਂ ਦੇਖਦੀ, ਕੋਈ ਬਿਮਾਰੀ ਧਰਮ ਨਹੀਂ ਦੇਖਦੀ। ਅਹਿਬਾਬ ਗਰੇਵਾਲ, ਬਾਕੀ ਤੁਹਾਡਾ ਰਿਐਕਸ਼ਨ ਮੈਂ ਵੇਟ ਕਰ ਰਿਹਾ। ਬੜੀ ਬਦਕਿਸਮਤ ਦੀ ਗੱਲ ਆ ਸਰ, ਸਿਹਤ ਧਰਮ ਨਹੀਂ ਦੇਖਦੀ, ਪਰ ਜਿਸ ਤਰ੍ਹਾਂ ਦੀ ਪੋਲਰਾਈਜੇਸ਼ਨ ਦੀ ਰਾਜਨੀਤੀ ਚੱਲ ਰਹੀ ਹੈ ਇਸ ਦੇਸ਼ 'ਚ, ਧਰਮ ਨੂੰ ਇੱਕ ਹਥਿਆਰ ਬਣਾਇਆ ਗਿਆ ਤੇ ਉਸ ਹਥਿਆਰ ਨੂੰ ਨਾਲ ਜੋੜਿਆ ਜਾਂਦਾ ਬਿਮਾਰੀ ਦੇ, ਜਾਂ ਉਸ ਹਥਿਆਰ ਦੇ ਜਿਹੜੇ ਤਿਉਹਾਰ ਮਨਾਉਣ ਨੂੰ ਜਿਸ ਤਰ੍ਹਾਂ ਪੋਲਿਟਿਸਾਈਜ਼ ਕੀਤਾ ਗਿਆ। ਮੈਂ ਤਾਂ ਇਹ ਕਿਹਾ ਸੀਗਾ ਕਿ ਧਾਰਮਿਕ ਜਿਹੜੇ ਹੈਗੇ ਫੰਕਸ਼ਨਸ ਉਹਨਾਂ ਨੂੰ ਨਹੀਂ ਤੁਸੀਂ ਡਿਸਟਰਬ ਕਰ ਸਕਦੇ। ਇੰਡੀਆ ਇੱਕ ਸੈਕੂਲਰ ਮੁਲਕ ਹੈ, ਜੇ ਇੱਕ ਧਰਮ ਨੂੰ ਹੱਕ ਹੈ ਬਾਕੀ ਸਾਰਿਆਂ ਨੂੰ ਵੀ ਹੱਕ ਹੈ। ਇਹਨਾਂ ਤਬਲੀਗੀ ਵਾਲਾ ਸਵਾਲ ਚੁੱਕਿਆ ਤੁਹਾਡੇ ਤੇ ਮਿਸਟਰ ਖੜਿਆਲ ਨੇ। ਤਬਲੀਗੀਆਂ ਨੂੰ ਕ੍ਰਿਟਿਸਾਈਜ਼ ਤਾਂ ਕੀਤਾ ਸੀਗਾ ਇਸ ਕਰਕੇ ਕਿਉਂਕਿ ਤਬਲੀਗੀਆਂ ਨੇ ਜਿਹੜੀ ਮਜਲਿਸ ਬੁਲਾਈ ਸੀਗੀ ਉਹਦੇ ਵਿੱਚ ਉਹਨਾਂ ਨੇ ਨਾ ਤਾਂ ਰੂਲਸ ਫੋਲੋ ਕੀਤੇ ਸੀਗੇ, ਨਾ ਹੀ ਉਹਨਾਂ ਨੇ ਪ੍ਰੋਪਰ ਪਰਮਿਸ਼ਨਸ ਲਈਆਂ ਸੀਗੀਆਂ। ਤੇ ਉਹ ਜਿਸ ਤਰੀਕੇ ਨਾਲ ਗੋਦੀ ਮੀਡੀਆ ਨੇ ਉਸ ਮੁੱਦੇ ਨੂੰ ਚੱਕ ਕੇ ਮੁਸਲਿਮ ਅਗੇਂਸਟ ਦ ਰੈਸਟ ਬਣਾਤਾ ਸੀ, ਕਰੋਨਾ ਜਿਹਾਦ ਬਣਾ ਸੀ, ਅਸੀਂ ਇਹ ਨਹੀਂ ਕਿਹਾ, ਅਸੀਂ ਜ਼ਰੂਰ ਕਿਹਾ ਕਿ ਰੂਲਸ ਫੋਲੋ ਕਰਨੇ ਚਾਹੀਦੇ ਸੀ। ਹੁਣ KP ਜੀ ਦੋ ਗੱਲਾਂ ਮੇਰੀਆਂ ਪਲੀਜ਼ ਪੁਆਇੰਟ ਲੈ ਲਓ। ਪਹਿਲੀ ਗੱਲ, ਇੱਕ ਸਵਾਲ ਲੈ ਲਓ ਅਹਿਬਾਬ ਜੀ, ਤੁਹਾਡੇ ਬਾਰੇ ਇਹ ਸਵਾਲ ਉੱਠਿਆ ਕਿ ਤੁਸੀਂ ਕ੍ਰਿਸਮਸ ਸੈਲੀਬ੍ਰੇਸ਼ਨ ਤੇ ਉੱਥੇ ਕਿਹਾ ਵੀ ਆਪਾਂ ਇਸ ਤਰੀਕੇ ਨਾਲ ਇਹਨੂੰ ਸੈਲੀਬ੍ਰੇਟ ਕਰਨਾ ਹੈ। ਪੰਜਾਬ ਵਿੱਚ ਕੇਜਰੀਵਾਲ ਆਉਂਦੇ ਕਹਿੰਦੇ ਇੱਥੇ ਆਪਾਂ ਸੈਲੀਬ੍ਰੇਟ ਕਰਾਂਗੇ। ਇਹ ਦਿੱਲੀ ਤੇ ਪੰਜਾਬ ਦੇ ਮਾਨਕਾਂ ਦੇ ਵਿੱਚ ਫਰਕ ਕਿਉਂ? ਚਰਚਾ ਵੀ ਹੈ ਤੁਹਾਡੇ ਤੇ। ਫਰਕ ਸਿਰਫ ਇੰਨਾ ਕੁ ਹੈ ਸਰ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਹੈ, ਜਿਹੜੀ ਸਟੇਟ ਦੀ ਸਰਕਾਰ ਹੁੰਦੀ ਹੈ ਉਹ ਗਾਈਡਲਾਈਨਸ ਇਸ਼ੂ ਕਰਦੀ ਹੈ ਕਿ ਤੁਸੀਂ ਏਦਾਂ ਫੋਲੋ ਕਰੋ। ਪੰਜਾਬ ਸਰਕਾਰ ਗਾਈਡਲਾਈਨ ਫੋਲੋ ਕਰੇ, ਅਸੀਂ ਫੋਲੋ ਕਰਾਂਗੇ। ਪਹਿਲੀ ਗੱਲ। ਹੁਣ KP ਜੀ ਗੱਲ ਸੁਣੋ, ਪੰਜਾਬ ਸਰਕਾਰ ਨੇ ਰੋਕ ਲਾਈ ਸੀ, ਪੰਜਾਬ ਸਰਕਾਰ ਨੇ ਰੋਕ ਲਾਈ ਸੀ ਬਾਗੇ ਪੁਰਾਣੇ ਰੈਲੀ ਤੇ, ਭੁੱਲ ਗਏ ਲੱਗਦਾ ਅਹਿਬਾਬ ਜੀ? ਉਹ ਰੋਲਾ ਪਾ ਲਿਆ ਤੁਸੀਂ। ਹਾਂ ਸਰ, ਜਿੱਥੇ ਰੋਕ ਲੱਗਦੀ ਹੈ ਅਸੀਂ ਐਕਸੈਪਟ ਕਰਦੇ ਹਾਂ। ਅਸੀਂ ਜੇ ਉਹਦੇ ਨਾਲ ਨਹੀਂ ਇਤਫਾਕ ਰੱਖਦੇ ਅਸੀਂ ਕ੍ਰਿਟਿਸਾਈਜ਼ ਕਰਦੇ ਹਾਂ, ਪਰ ਅਸੀਂ ਐਕਸੈਪਟ ਕਰਦੇ ਹਾਂ। ਹੁਣ ਰਹੀ ਗੱਲ ਸਰ ਜਿਹੜੇ ਇਲੈਕਸ਼ਨ ਕਮਿਸ਼ਨ ਦੀ ਅਪਾਇੰਟਮੈਂਟ ਦੀ, ਇਸੇ ਦੇਸ਼ 'ਚ TN ਸ਼ੇਸ਼ਨ ਵੀ ਇਲੈਕਸ਼ਨ ਕਮਿਸ਼ਨਰ ਰਹੇ ਨੇ, ਇਸੇ ਦੇਸ਼ 'ਚ JM ਲਿੰਗਦੋ ਵੀ ਇਲੈਕਸ਼ਨ ਕਮਿਸ਼ਨਰ ਰਹੇ ਨੇ, ਜਿਨ੍ਹਾਂ ਨੇ ਲਾਈਨ 'ਚ ਰੱਖੇ ਸੀ ਸਾਰੇ ਪੋਲੀਟੀਸ਼ੀਅਨਸ। ਬੜੇ ਅਫਸੋਸ ਦੀ ਗੱਲ ਹੈ ਕਿ ਹੁਣ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਇੱਕਦਮ ਆਪਣੇ ਹੱਥ ਦੀ ਕਠਪੁਤਲੀ ਬਣਾਈ ਗਈ ਹੈ। ਕਿਉਂਕਿ 5 ਜਨਵਰੀ ਨੂੰ ਤੁਸੀਂ ਦੇਖਿਓ ਮੋਦੀ ਜੀ ਦੀ ਰੈਲੀ ਹੋਣਗੇ, ਮੋਦੀ ਜੀ ਆ ਕੇ ਦੱਬ ਕੇ ਐਲਾਨ ਕਰਨਗੇ। ਉਦੋਂ ਬਾਅਦ ਐਜ਼ ਇਫ ਔਨ ਕਿਊ ਇਲੈਕਸ਼ਨ ਕਮਿਸ਼ਨ ਡੇਟਾ ਅਨਾਉਂਸ ਕਰ ਦੇਗਾ। ਪਹਿਲੀ ਗੱਲ। ਦੂਜੀ ਗੱਲ ਰਹੀ ਕਿ ਕਨਫਰਮ ਹੈ ਬਾਬ ਜੀ, ਕਨਫਰਮ ਹੈ ਇਦਾਂ ਹੀ ਹੁੰਦਾ ਸਰ? ਤੁਹਾਨੂੰ ਮੈਂ ਦੱਸਦਾ, ਤੁਸੀਂ ਦੇਖ ਲਓ ਜੋ ਟਰੈਕ ਰਿਕਾਰਡ ਹੈ, ਮੈਂ ਤਾਂ ਉਹ ਦੱਸ ਰਿਹਾ ਜੋ ਅੱਗੇ ਤੋਂ ਹੁੰਦਾ ਆ ਰਿਹਾ ਜਦ ਦੇ ਮੋਦੀ ਜੀ ਦੇਸ਼ 'ਚ ਪ੍ਰਧਾਨ ਮੰਤਰੀ ਬੜੇ ਨੇ। ਜੋ ਟਰੈਕ ਰਿਕਾਰਡ ਰਿਹਾ, ਤੁਸੀਂ ਸਾਰੇ ਦੇਸ਼ ਟਰੈਕ ਰਿਕਾਰਡ ਦੇਖ ਲਓ ਕਿ ਇਹਨਾਂ ਦੀਆਂ ਅਨਾਉਂਸਮੈਂਟਸ ਹੁੰਦੀਆਂ ਨੇ, ਦੱਬ ਕੇ ਅਨਾਉਂਸਮੈਂਟਸ ਕੀਤੀਆਂ ਜਾਂਦੀਆਂ ਨੇ। ਅਗਲੀ ਵਾਰੀ ਫਿਰ ਅਹਿਬਾਬ ਜੀ ਆਪਾਂ ਚਰਚਾ ਸਮਾਪਤ ਕਰਦੇ, ਫਿਰ ਓਮਿਕਰੋਨ ਦਾ ਕੋਈ ਖਤਰਾ ਨਹੀਂ ਹੈਗਾ। 5 ਜਨਵਰੀ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਅਨਾਉਂਸ ਕਰ ਦੂਗਾ ਚੋਣਾਂ ਹੋਣ ਜਾ ਰਹੀਆਂ। 7 ਦੌਰ ਦੇ ਵਿੱਚ UP, 2 ਦੌਰ ਦੇ ਵਿੱਚ ਪੰਜਾਬ, 1 ਦੇ ਉੱਤਰਾਖੰਡ, ਇਦਾਂ ਹੀ ਹੋਊਗਾ? ਕਿੱਦਾਂ ਹੋਊਗਾ?
ਆਪਾਂ ਗੱਲ ਕੀ ਕਰ ਰਹੇ ਹਾਂ ਤੁਸੀਂ ਦੇਖੋ ਓਮਿਕਰੋਨ ਬਿਲਕੁਲ ਖਤਰਾ ਹੈਗਾ ਆਪਾਂ ਬਿਲਕੁਲ ਅਸੀਂ ਕਹਿ ਰਹੇ ਖਤਰਾ ਹੈਗਾ ਜੇ ਖਤਰਾ ਹੈ ਤਾਂ ਸਰਕਾਰਾਂ ਨੈਸ਼ਨਲ ਗਵਰਨਮੈਂਟ ਕੇਂਦਰ ਸਰਕਾਰ ਗਾਈਡਲਾਈਨਸ ਦੇਵੇ ਕੇਂਦਰ ਸਰਕਾਰ ਰੂਲ ਅਨਾਉਂਸ ਕਰੇ ਜੇ ਪੰਜਾਬ 'ਚ ਖਤਰਾ ਹੈ ਤਾਂ ਪੰਜਾਬ ਸਰਕਾਰ ਗਾਈਡਲਾਈਨਸ ਦੇ ਕੇ ਕੇਂਦਰ ਸਰਕਾਰ ਨੂੰ ਲਿਖੇ ਕਿ ਓਮਿਕਰੋਨ ਖਤਰਾ ਹੈ ਰਹੀ ਗੱਲ ਤਿਆਰੀ ਦੀ 88 ਕੈਂਡੀਡੇਟ ਅਨਾਉਂਸ ਹੋ ਗਏ ਇਹਨਾਂ ਦਾ ਇਹ ਵੀ ਨਹੀਂ ਪਤਾ ਕਿੰਨੇ ਖੜਨਗੇ ਕਿੰਨੇ ਜਾਣਗੇ ਗੱਲ ਇਹ ਹੈ ਕਿ ਜਿਨ੍ਹਾਂ ਨੂੰ ਪ੍ਰੋਬਲਮ ਹੈ ਜਿਨ੍ਹਾਂ ਨੂੰ ਡਰ ਲੱਗ ਰਿਹਾ ਕਿ ਸਾਡੇ ਹੋ ਕੀ ਅਦਲਾ ਬਦਲੀ ਕੀ ਹੋ ਰਹੀ ਹੈ ਡਰਦੇ ਪਏ ਆ ਕਾਂਗਰਸ ਵਾਲੇ ਡਰਦੇ ਪਏ ਆ ਸਰ ਮੇਰੀ ਗੱਲ ਸੁਣੋ ਤੁਸੀਂ ਪਿਛਲੇ 3 ਦਿਨਾਂ 'ਚ ਦੇਖੋ ਕਿਸ ਤਰ੍ਹਾਂ ਜਾਣ ਦਾ ਰਾਹ ਬਣਿਆ ਹੋਇਆ ਕਿਸ ਤਰ੍ਹਾਂ ਰਾਹ ਖੁੱਲਿਆ ਹੈ ਕਿਸ ਤਰ੍ਹਾਂ ਲੋਕ ਜਾ ਕੇ ਦਿੱਲੀ ਸਰੋਪੇ ਪਵਾ ਰਹੇ ਨੇ ਸੋ ਉੱਥੋਂ ਘਬਰਾਹਟ ਪਖਲਾਟ ਆਉਣੀ ਬਿਲਕੁਲ ਜਾਇਜ਼। ਚਲੋ ਠੀਕ ਹੈ ਚੇਤਨ ਜੋਸ਼ੀ ਇੱਕ ਇਹਨਾਂ ਨੇ ਕਮੇਟੀ ਦਾ ਜ਼ਿਕਰ ਕੀਤਾ ਮਲਟੀ ਡਿਸਪਲਿਨਰੀ ਕਮੇਟੀ ਮਿਸਟਰ ਖੜਿਆਲ ਕਰਕੇ ਹਾਂਜੀ ਉਹ ਕਹਿੰਦੇ ਤੁਸੀਂ ਭੇਜੀ ਹੈ ਮੈਨੂੰ ਇਹ ਨਹੀਂ ਸਮਝ ਲੱਗਦੀ ਗੱਲ ਵੀ ਜਦੋਂ ਤੁਹਾਡੇ ਚ ਆਮ ਆਦਮੀ ਪਾਰਟੀ ਦੇ ਬੰਦੇ ਆ ਰਹੇ ਸੀ ਉਦੋਂ ਤੁਸੀਂ ਠੋਲੇ ਗਾਉਂਦੇ ਸੀਗੇ ਠੀਕ ਹੈ ਜੀ ਹੁਣ ਜੇ ਸਾਡੀ ਕਮੇਟੀ ਇੱਥੇ ਜਾਂ ਕੋਈ ਵੀ ਕਮੇਟੀ ਕਿਸੇ ਵੀ ਤਰ੍ਹਾਂ ਦੀ ਆਉਂਦੀ ਆ ਤੁਸੀਂ ਉਸ ਚੀਜ਼ ਦੇ ਉੱਤੇ ਕੁਐਸਚਨ ਰੇਜ਼ ਕਰਦੇ ਜੇ ਅੱਜ ਤੁਸੀਂ ਗੱਲ ਕਰਤੀ ਜੀ ਸਾਡੇ ਮੁੱਖ ਮੰਤਰੀ ਜੀ ਉਹ ਸੀਐਮ ਹਾਊਸ ਤੋਂ ਇਨਪੁਟਸ ਆਉਂਦੀਆਂ ਨੇ ਜੇ ਇਨਪੁਟਸ ਆਉਂਦੀਆਂ ਨੇ ਅੱਜ ਹੀ ਮੰਜਾ ਡਾਹ ਕੇ ਬੈਠੇ ਨੇ ਸਿੱਧੂ ਸਾਹਿਬ ਤੇ ਉਹਨਾਂ ਦੀ ਲਾਈਵ ਚੱਲਣ ਦੀ ਅੱਜ ਫੇਰ ਉਹਨਾਂ ਕੁਐਸਚਨ ਕਰ ਦਿੱਤਾ ਇਹਨਾਂ ਦੇ ਸੀਐਮ ਦੀ ਕਾਰਗੁਜ਼ਾਰੀ ਦੇ ਉੱਤੇ ਸੋ ਪਹਿਲੋਂ ਤੇ ਆਪਣਾ ਘਰ ਸੰਭਾਲੋ ਮੰਦਾ ਕਿਸੇ ਨੂੰ ਨਾ ਆਖੋ ਇਹ ਗੱਲ ਸਿੱਧੂ ਸਾਹਿਬ ਠੀਕ ਕਹਿ ਰਹੇ ਜੋ ਕਹਿ ਰਹੇ ਉਹ ਪਤਾ ਨਹੀਂ ਇਹਨਾਂ ਨੂੰ ਆਪੋ ਚ ਪਤਾ ਕੀ ਕਰਦੇ ਪਏ ਨੇ ਵੈਸੇ ਸਿੱਧੂ ਸਾਹਿਬ ਨਹੀਂ ਸਿੱਧੂ ਸਾਹਿਬ ਨੂੰ ਕੀ ਕਹਿਣਾ ਵਾ ਸਿੱਧੂ ਫਿਰ ਯਕੀਨ ਕਿਤੇ ਕਰੀਏ ਸਿੱਧੂ ਸਾਹਿਬ ਤੇ ਯਕੀਨ ਕਰੀਏ ਕਿ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਤੇ ਯਕੀਨ ਕਰੀਏ ਕਰਦੇ ਅਸੀਂ ਦੋਨਾਂ ਤੇ ਨਹੀਂ ਹੈਗੇ ਕਿਉਂਕਿ ਉਹ ਐਲਾਨ ਮੰਤਰੀ ਆ ਉਹ ਕ੍ਰਿਟਿਸਾਈਜ਼ ਮੰਤਰੀ ਬਣਿਆ ਇਹਨਾਂ ਦਾ ਉਹ ਮੈਨੂੰ ਸਮਝ ਨਹੀਂ ਲੱਗ ਰਹੀ ਵੀ ਇਸ ਟਾਈਮ ਕਾਂਗਰਸ ਵਿੱਚ ਹੋ ਕੀ ਰਿਹਾ ਵਾ ਕਾਂਗਰਸ ਵਿੱਚ ਚੱਲ ਕੀ ਰਿਹਾ ਵਾ ਕਾਂਗਰਸ ਇੱਕ ਬੜੀ ਰਿਸਪੈਕਟੇਬਲ ਪਾਰਟੀ ਆ ਲੇਕਿਨ ਪਿਛਲੇ ਦੌਰ ਦੇ ਵਿੱਚੋਂ ਜਿੱਦਾਂ ਕਾਂਗਰਸ ਇੱਕ ਦੂਜੇ ਤੇ ਬਿਆਨਬਾਜ਼ੀ ਕਰੀ ਮੇਰੇ ਖਿਆਲ ਇਹਨਾਂ ਦੇ ਘਰ ਦੇ ਵਿੱਚ ਹੀ ਸੱਤਾ ਵਾ ਤੇ ਘਰ ਦੇ ਵਿੱਚ ਹੀ ਆਪੋਜੀਸ਼ਨ ਆ ਠੀਕ ਡਟ ਗਰਗ ਹੁਣ ਇਸ ਮਸਲੇ ਨੂੰ ਕਿਵੇਂ ਸਮਝਿਆ ਜਾਵੇ ਹੁਣ ਮਿਸਟਰ ਚੰਨੀ ਜਿਹੜੀ ਗੱਲ ਕਹਿ ਰਹੇ ਆ ਉਸ ਤੋਂ ਬਾਅਦ ਬੀਜੇਪੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਹੁਣ ਆਮ ਆਦਮੀ ਪਾਰਟੀ ਦਾ ਇੱਕ ਨਵਾਂ ਬਿਆਨ ਸਾਹਮਣੇ ਆਇਆ ਵੈਸੇ ਆਮ ਪਬਲਿਕ ਡੋਮੇਨ ਦੇ ਵਿੱਚ ਹੈ ਕਿ ਮਿਸਟਰ ਮੋਦੀ ਆਉਣਗੇ ਕੋਈ ਅਨਾਉਂਸਮੈਂਟਸ ਕਰਨਗੇ ਉਸ ਤੋਂ ਬਾਅਦ ਇਲੈਕਸ਼ਨ ਅਨਾਉਂਸ ਹੋ ਜਾਣਗੀਆਂ ਪਰ ਆਮ ਆਦਮੀ ਪਾਰਟੀ ਨੂੰ ਸਿੱਧੇ ਤੌਰ ਤੇ ਕਹਿ ਦਿੱਤਾ ਇੰਤਜ਼ਾਰ ਹੋ ਰਿਹਾ ਮਿਸਟਰ ਮੋਦੀ ਆਉਣਗੇ ਉਸ ਤੋਂ ਬਾਅਦ ਅਨਾਉਂਸਮੈਂਟ ਹੋ ਜਾਊਗੀ ਡਟ ਗਰਗ ਫਿਰ ਤਾਂ ਚਰਚਾ ਹੀ ਨਹੀਂ ਰਹੇਗੀ ਸਰ ਖਤਮ ਹੋ ਗਿਆ ਕੰਮ ਦੇਖੋ ਮੈਂ ਕੇਪੀ ਸਾਹਿਬ ਫਿਰ ਬਾਅਦ ਚ ਕਹਿਣਾ ਪਹਿਲਾਂ ਤਾਂ ਜਿਹੜੇ ਬੀਜੇਪੀ ਦੇ ਜੋਸ਼ੀ ਸਾਹਿਬ ਕਹਿ ਰਹੇ ਨੇ ਡਿਊ ਰਿਗਾਰਡ ਆ ਕਿਤਾਬ ਹੈ ਇਹ ਮੈਂ ਨਹੀਂ ਲਿਖੀ ਹੋਈ ਇਹ 200 ਐਕਸਪਰਟਸ ਵੈਸਟ ਦੇ ਉਹਨਾਂ ਨੇ ਲਿਖੀ ਹੈ ਇਹਦੇ ਤੇ ਮੇਰੀ ਤਾਂ ਸਿਰਫ ਇਹ ਹੈ ਵੀ ਮੈਂ ਤੇ ਲੈਕਚਰ ਦੇਣਾ ਤਾਂ ਕਰਕੇ ਮੈਂ ਇਹਨੂੰ ਇੰਨੀ ਮੋਟੀ ਕਿਤਾਬ ਨੂੰ ਪੜ੍ਹਿਆ ਆ ਸੰਡੇ ਨੂੰ ਹੈ ਜੀ ਆ ਮੈਂ 2 ਕਿਤਾਬਾਂ ਲਿਖੀਆਂ ਨੇ ਕਰੋਨਾ ਦੇ ਉੱਤੇ 2 ਵਾਲੀਅਮ ਚ ਪੂਰੀ ਡਿਟੇਲ ਚ ਸਟੱਡੀ ਕਰਕੇ ਤੇ ਮੈਂ ਐਵੇਂ ਨਹੀਂ ਹਵਾ 'ਚ ਨਹੀਂ ਗੱਲ ਕਰ ਰਿਹਾ ਮੰਨਣਾ ਮੈਂ ਕੋਈ ਕਹਿੰਦਾ ਨਹੀਂ ਵੀ ਮੰਨੇ ਮੈਂ ਤਾਂ ਆਪਦੇ ਪੇਸ਼ੈਂਟ ਨੂੰ ਨਹੀਂ ਕਹਿੰਦਾ ਮੇਰੀ ਗੱਲ ਮੰਨੇ ਮੇਰੀ ਤਾਂ ਰਾਏ ਹੁੰਦੀ ਹੈ ਇਹ ਗੱਲ ਠੀਕ ਹੈ ਜੋਸ਼ੀ ਸਾਹਿਬ ਦੀ ਪਰ ਇਹ ਕਹਿਣਾ ਕਿ ਜੀ ਅਸੀਂ ਟੈਕਨੀਕਲੀ ਅਸੀਂ ਫਲਾਨੀ ਕਮੇਟੀ ਨੂੰ ਮੰਨਦੇ ਹਾਂ ਇਹ ਤਾਂ ਡਾਕੂਮੈਂਟਰੀ ਪ੍ਰੂਫ ਨੇ ਜਿਹੜੀ ਚੀਜ਼ ਦੇ ਡਾਕੂਮੈਂਟਰੀ ਪ੍ਰੂਫ ਨੇ ਲਿਖੇ ਗਏ ਪ੍ਰੂਫ ਨੇ ਉਹਨਾਂ ਨੂੰ ਅਸੀਂ ਇੱਥੇ ਪੰਜਾਬ ਦੇ ਵਿੱਚ ਇਹਨਾਂ ਨੇ ਪਿੱਛੇ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੀ ਸੈਕਟਰੀ ਇੱਥੇ ਇੱਕ ਕਮੇਟੀ ਭੇਜਤੀ ਉਹ ਕਮੇਟੀ ਨੂੰ ਲੱਭਿਆ ਕੁਛ ਨਾ ਕਰੋਨਾ 'ਚ ਉਹਨੇ ਕਹਿਤਾ ਕਿ ਜੀ ਬੰਗਾ ਜਿਹੜਾ ਨਵਾਂ ਸ਼ਹਿਰ ਦਾ ਹਸਪਤਾਲ ਹੈ ਉੱਥੇ ਵੈਂਟੀਲੇਟਰ ਚਲਾਉਣ ਵਾਲਾ ਬੰਦਾ ਨਹੀਂ ਪਟਿਆਲੇ ਦੇ ਹਸਪਤਾਲ 'ਚ ਟੈਸਟ ਘੱਟ ਹੋ ਰਹੇ ਨੇ ਰੋਪੜ ਦੇ ਹਸਪਤਾਲ 'ਚ ਡੈਡੀਕੇਟਡ ਕੋਵਿਡ ਵਾਰਡ ਨਹੀਂ ਕਿਉਂਕਿ ਦੱਬੇ ਤਾਂ ਕੁਝ ਹੈ ਨਹੀਂ ਫਿਰ ਇਹੋ ਜਿਹਾ ਹੁੰਦਾ ਨਾ ਵੀ ਇੱਧਰ ਉੱਧਰ ਲਾ ਦਿਓ ਇੱਕ ਚਿੱਠੀ ਕੱਢਤੀ ਲੰਬੀ ਸੈਕਟਰੀ ਨੇ ਮੈਂ ਉਦੋਂ ਵੀ ਕਿਹਾ ਸੀ ਵੀ ਸਿਆਸਤ ਜੋ ਮਰਜ਼ੀ ਕਰੇ ਇੱਕ ਸਕੱਤਰ ਨੂੰ ਇਹੋ ਜਿਹੀ ਚਿੱਠੀ ਨਹੀਂ ਕਰਨੀ ਚਾਹੀਦੀ ਚੀਫ ਸੈਕਟਰੀ ਪੰਜਾਬ ਨੂੰ ਕਿਉਂਕਿ ਜਦ ਪੰਜਾਬ ਨੇ ਕਰੋਨਾ ਕੰਟਰੋਲ ਕਰਨ 'ਚ ਪੰਜਾਬ ਦੇ ਵਿੱਚ ਪਰ ਲੈਕ ਪਾਪੂਲੇਸ਼ਨ ਕੇਸ ਜਿਹੜੇ ਨੇ ਪੰਜਾਬ 'ਚ ਮੋਰਟੈਲਿਟੀ ਜ਼ਿਆਦਾ ਸੀ ਉਹਦਾ ਮੈਂ ਗੱਲ ਦੱਸਦਾ ਕੇਸ ਉੱਤਰਾਖੰਡ ਨਾਲੋਂ ਚੰਡੀਗੜ੍ਹ ਨਾਲੋਂ ਦਿੱਲੀ ਨਾਲੋਂ ਹਰਿਆਣੇ ਨਾਲੋਂ ਹਿਮਾਚਲ ਨਾਲੋਂ JNK ਨਾਲੋਂ ਉਹ ਕੇਸ ਪਰ ਲੈਕ ਪਾਪੂਲੇਸ਼ਨ ਪੰਜਾਬ 'ਚ ਘੱਟ ਸੀਗੇ ਉਹ ਅੱਜ ਵੀ ਘੱਟ ਨੇ ਇੰਨੀ ਦੇਰ ਤੋਂ ਬਾਅਦ ਵੀ ਆਪੇ ਸਾਹਮਣੇ ਮੇਰੇ ਡਾਟਾ ਸੋ ਉਸ ਵਕਤ ਜਿੱਥੇ ਉਹ ਸਰਕਾਰ ਚੰਗੀ ਹੈ ਜਾਂ ਮਾੜੀ ਹੈ ਮੈਂ ਉਸ ਤੇ ਨਹੀਂ ਜਾ ਰਿਹਾ ਮੈਂ ਪੰਜਾਬ ਸਰਕਾਰ ਦੇ ਕਰੋਨਾ ਕੰਟਰੋਲ ਕਰਨ ਨੂੰ ਕੋਈ ਬਹੁਤਾ ਚੰਗਾ ਨਹੀਂ ਮੰਨ ਰਿਹਾ ਪਰ ਡੈਥ ਰੇਟ ਵੱਧ ਹੋਣ ਦਾ ਕਾਰਨ ਹੈ ਕਿ ਸਾਡੇ ਜਿਹੜੀ ਅਬਵ 65 ਪਾਪੂਲੇਸ਼ਨ ਹੈ ਇਹ ਪੰਜਾਬ ਦੀ ਪੂਰੇ ਮੁਲਕ ਤੋਂ ਜ਼ਿਆਦਾ ਹੈ ਜਦ ਸਾਡੀ 1% ਪਾਪੂਲੇਸ਼ਨ ਜ਼ਿਆਦਾ ਹੈ ਤਾਂ ਨੈਚੁਰਲੀ ਸਾਡੇ ਡੈਥ ਰੇਟ ਜ਼ਿਆਦਾ ਹੋਏਗਾ ਕਿਉਂਕਿ ਹਰ ਪਾਪੂਲੇਸ਼ਨ ਡੈਥ ਸੀ ਸੋ ਟੈਕਨੀਕਲ ਮਾਮਲੇ ਜਿਹੜੇ ਨੇ ਇਹਨਾਂ 'ਚ ਕੋਈ ਡਿਨਾਇਲ ਨਹੀਂ ਹੈ ਜਿਹੜੇ ਫੈਕਟ ਨੇ ਪੰਜਾਬ ਨੇ ਵੀ ਬਥੇਰੀ ਕੜੀ ਘੋਟੀ ਆ ਹੈਂਡਲ ਕਰਨ 'ਚ ਪਰ ਜਦ ਤੁਸੀਂ ਇੱਕ ਬਿਮਾਰੀ ਨੂੰ ਸਿਆਸੀ ਹਥਿਆਰ ਬਣਾਉਂਦੇ ਹੋ ਦੂਜਾ ਇੱਕ ਡਾਟਾ ਮਾਫ ਕਰਨਾ ਇੱਕੋ ਲਾਈਨ 'ਚ ਕਹਾਂਗਾ ਜੀ ਵੈਕਸੀਨ ਦੀ ਵੰਡ ਦੇ ਉੱਤੇ ਤੁਹਾਡੇ ਚੈਨਲ ਦੇ ਉੱਤੇ ਮੈਂ ਡਾਟਾ ਦਿਖਾਇਆ ਸੀ ਵੀ ਕਿਵੇਂ ਬੀਜੇਪੀ ਰੂਲਡ ਸਟੇਟ ਨੂੰ ਜ਼ਿਆਦਾ ਵੈਕਸੀਨ ਦਿੱਤਾ ਗਿਆ ਪਾਪੂਲੇਸ਼ਨ ਦੇ ਮੁਤਾਬਕ ਵੀ ਅਦਰਵਾਈਜ਼ ਵੀ
ਤੇ ਜਿਹੜੀਆਂ ਨਾਨ ਬੀਜੇਪੀ ਰੂਲਡ ਸਟੇਟ ਸੀ ਉਹਨਾਂ ਨੂੰ ਘੱਟ ਵੈਕਸੀਨ ਦਿੱਤਾ ਗਿਆ। ਸੋ ਇਹ ਗੱਲਾਂ ਸੱਚ ਨੇ, ਜਿਹੜੇ ਸੱਚ ਨੇ ਉਹ ਸਾਨੂੰ ਰੈਮਡੀਸਿਵੀਰ ਦਾ ਬੜਾ ਰੌਲਾ ਪਾ ਕੇ ਲਵਾਉਣੀ ਸ਼ੁਰੂ ਕਰ ਦਿੱਤੀ। ਆਪ ਹੀ ਸਰਕਾਰ ਨੂੰ ਮੰਨਣਾ ਪਿਆ ਵੀ ਅਸੀਂ ਧਿਆਨ ਨਹੀਂ ਕਰਿਆ ਸੀ। ਫਿਰ ਕੋਰੋਨਿਲ ਆਯੂਸ਼ ਮੰਤਰਾਲੇ ਨੇ ਕਹਿਤਾ, ਜਦੋਂ ਮੈਂ ਅੱਜ ਕਹਿਣ ਨੂੰ ਤਿਆਰ ਹਾਂ ਕਿਤੇ ਕੋਈ ਸਾਬਤ ਕਰਕੇ ਦਿਖਾਓ ਵੀ ਕੋਰੋਨਿਲ ਦਾ ਜਰਾ ਵੀ ਅਸਰ ਹੋਵੇ। ਪਤਾ ਨਹੀਂ ਅਰਬਾਂ ਰੁਪਈਆ ਲੋਕਾਂ ਨੂੰ ਦਵਾਤਾ ਔਰ ਆਯੂਸ਼ ਮੰਤਰਾਲੇ ਨੇ ਉੱਥੇ ਪਾਇਆ। ਫਿਰ ਆਯੂਸ਼ ਮੰਤਰਾਲੇ ਨੇ ਜੋ ਕੁਝ ਲਿਖਿਆ, ਮੈਂ ਉਹਦੀ ਵੈਬਸਾਈਟ ਤੋਂ ਗੱਲ ਕਰਦਾ, ਉਹ ਦੱਸਣ ਕਿਹੜਾ ਦੇਸੀ ਆਯੁਰਵੇਦ ਹੈ ਜਿਹੜਾ ਕਰੋਨਾ ਨੂੰ ਠੀਕ ਕਰਦਾ, ਕਿਹੜਾ ਬੰਦਾ ਜਿਹੜਾ ਕਰੋਨਾ ਦੇ ਵਿੱਚ ਗਿਆ ਸੀ, ਕਿਹੜੇ ਟੈਸਟ ਹੋਏ ਸੀ, ਕਹਿੰਦਾ ਜੀ ਜੈਪੁਰ ਚ ਫਲਾਣੀ ਥਾਂ ਤੇ ਹੋਏ ਸੀ, ਫਿਰ ਆਪ ਹੀ ਉਹ ਮੁੱਕਰ ਗਏ ਫਰਮ ਵਾਲੇ। ਸੋ ਜਿਹੜਾ ਕਰੋਨਾ ਨੂੰ ਮਿਸਹੈਂਡਲ ਕਰਨਾ, ਕਰੋਨਾ ਵਾਲੇ ਵਹਿਮ ਪ੍ਰਸਤੀ, ਅਜੇ ਤਾਂ ਮੈਂ ਉਸ 'ਚ ਨਹੀਂ ਗਿਆ ਵੀ ਜੀ ਤੁਸੀਂ ਕਲਸ਼ ਯਾਤਰਾ ਕਰ ਲਓ, ਤੁਸੀਂ ਗੋਹੇ ਦਾ ਇਸ਼ਨਾਨ ਕਰ ਲਓ, ਇੱਕ ਡਾਕਟਰ ਮਰ ਗਿਆ ਗੋਹਾ ਖਾ ਖਾ ਕੇ, ਤੇ ਤੁਸੀਂ ਇਹਦੇ ਵਿੱਚ ਗੋਮੂਤਰ ਪੀ ਲਓ, ਇਹ ਤੁਹਾਡਾ ਆਪਣਾ ਵਿਸ਼ਵਾਸ ਹੋ ਸਕਦਾ ਹੈ, ਪਰ ਤੁਸੀਂ ਆਫੀਸ਼ੀਅਲੀ ਪ੍ਰਚਾਰ ਨਹੀਂ ਕਰ ਸਕਦੇ ਸਾਇੰਟੀਫਿਕ ਪ੍ਰੂਫ ਤੋਂ ਬਿਨਾ। ਜੇ ਤੁਸੀਂ ਸਾਇੰਟੀਫਿਕ ਪ੍ਰੂਫ ਤੋਂ ਬਿਨਾ ਇਹ ਸਭ ਕੁਝ ਕਰਦੇ ਹੋ ਤਾਂ ਇਹਦਾ ਮਤਲਬ ਤੁਸੀਂ ਵਿਗਿਆਨ ਦੀ ਬਜਾਏ ਲੋਕਾਂ ਨੂੰ ਵਹਿਮ 'ਚ ਲੈ ਕੇ ਜਾ ਰਹੇ ਹੋ ਪੈਂਡੈਮਿਕ ਦੇ ਵਿੱਚ। ਇਸੇ ਕਰਕੇ ਲਾਸ਼ਾਂ ਦੇ ਢੇਰ ਲੱਗੇ ਸੀ, ਇਹੀ ਕਾਰਨ ਸੀ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲਵਾਂਗਾ। ਬ੍ਰੇਕ ਤੋਂ ਅਸੀਂ ਆਖਰੀ ਹਿੱਸੇ 'ਚ ਹੋਵਾਂਗੇ। ਵਿਗਿਆਨ ਦੀ ਗੱਲ ਕੀਤੀ ਹੈ ਡਾਕਟਰ ਗਰਗ ਨੇ, ਤੇ ਇਸ ਵਿਗਿਆਨ ਦੇ ਵਿਚਾਲੇ ਜਿਹੜਾ ਸਿਆਸੀ ਗਿਆਨ ਹੈਗਾ, ਸਵਾਲ ਉਸੇ ਤੇ ਵਾਪਸ ਆ ਰਿਹਾ। ਆਮ ਆਦਮੀ ਪਾਰਟੀ ਇਹ ਇਲੈਕਸ਼ਨ ਨਹੀਂ ਹੋਣੇ ਚਾਹੀਦੇ ਤਰੀਕਾ ਅਪਣਾ ਰਹੇ। ਕੀ 5 ਸੂਬਿਆਂ ਦੀ ਵਿਧਾਨ ਸਭਾ ਚੋਣਾਂ ਤੇ ਓਮਿਕਰੋਨ ਦਾ ਅਸਰ ਹੋਵੇਗਾ? ਅਰਸ਼ਪੀ ਖੜਿਆਲ, ਤੁਸੀਂ ਤਾਂ ਖੁਦ ਵਕਾਲਤ ਨਾਲ ਜੁੜੇ ਹੋਏ ਹੋ। ਜਦੋਂ ਕੋਰਟ ਟਿੱਪਣੀ ਕਰਦਾ ਕਿ ਰੈਲੀਆਂ ਸਭਾਵਾਂ ਜਿਹੜੀਆਂ ਹੋ ਰਹੀਆਂ ਉਹਨਾਂ ਤੇ ਸਾਨੂੰ ਸੰਕੋਚ ਕਰਨ ਦੀ ਜ਼ਰੂਰਤ ਹੈਗੀ ਹੈ, ਕਰੋਨਾ ਪ੍ਰੋਟੋਕੋਲ ਦਾ ਪਾਲਣ ਕਰਨਾ ਚਾਹੀਦਾ, ਉਸ ਨੂੰ ਵੀ ਅਸੀਂ ਸਰ ਪਾਸੇ ਕਰ ਦਈਏ, ਜਾਂ ਸਿਰਫ ਪੋਲੀਟੀਕਲ ਬਿਆਨਬਾਜ਼ੀਆਂ ਨੂੰ ਜਾਂ ਇਨਫਲੂਐਂਸ ਵਾਲੀ ਗੱਲ ਕਹਿ ਕੇ ਅਸੀਂ ਸਾਰੇ ਸਿਸਟਮ ਤੇ ਸਵਾਲ ਚੁੱਕ ਦਈਏ? ਮਿਸਟਰ ਖੜਿਆਲ, ਕਿ ਇਸ ਸਿਸਟਮ ਤੇ ਸਵਾਲ ਚੁੱਕ ਰਹੇ ਹੋ ਤੁਸੀਂ, ਜੁਡੀਸ਼ੀਅਲ ਸਿਸਟਮ ਜਿਹੜਾ ਇਹ ਤੁਹਾਨੂੰ ਸਲਾਹ ਦੇ ਰਿਹਾ ਸਾਰਿਆਂ ਨੂੰ? ਨਹੀਂ, ਡੈਫੀਨਿਟਲੀ ਨਾਟ। ਦੇਖੋ, ਜੁਡੀਸ਼ਰੀ ਇੱਕ ਤਾਂ ਐਗਜ਼ੀਕਿਊਟਿਵ ਦੇ ਡੋਮੇਨ ਕਰ ਸਕਦੀ, ਲੇਕਿਨ ਉਹ ਰਾਏ ਜ਼ਰੂਰ ਦਿੰਦੇ ਆ। ਜੁਡੀਸ਼ੀਅਲ ਐਕਟਿਵਿਜ਼ਮ ਕਿਹਾ ਜਾਂਦਾ ਉਹਨੂੰ, ਵਿਚ ਇਜ਼ ਅ ਗੁੱਡ ਥਿੰਗ, ਤੇ ਉਹਨਾਂ ਦੀ ਜਿਹੜੀ ਰਾਏ ਹੁੰਦੀ ਹੈ ਉਹਨੂੰ ਆਪਣਾ ਵੀ ਟਰਾਈ ਟੂ ਇੰਪਲੀਮੈਂਟ ਇਟ ਐਜ਼ ਵੈਲ। ਲੇਕਿਨ ਜੋ ਪੁਆਇੰਟ ਹੈ ਉਹ ਇਹ ਹੈ ਕਿ 3 ਬੜੇ ਇੰਪੋਰਟੈਂਟ ਸਵਾਲ ਹੈ ਕਿ ਜਦੋਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਰਿਸਟ੍ਰਿਕਸ਼ਨ ਲਾਉਂਦੀ ਹੁੰਦੀ ਸੀਗੀ, ਰੈਲੀਆਂ ਕੈਂਪੇਨ ਕੱਢਣ ਤੋਂ ਮਨਾ ਕਰ ਦਿੰਦੀ ਸੀ, ਬੀਜੇਪੀ ਨੂੰ, ਆਮ ਆਦਮੀ ਪਾਰਟੀ ਨੂੰ ਆਪਦੇ ਆਪ ਨੂੰ ਪਰਮਿਸ਼ਨ ਨਹੀਂ ਦਿੱਤੀ, ਉਦੋਂ ਪਾਰਟੀਆਂ ਰੌਲਾ ਪਾਉਂਦੀਆਂ ਹੁੰਦੀਆਂ ਸੀ ਕਿ 50,000 ਕੇਸ ਹੁੰਦੇ ਸੀ ਤੇ ਉਦੋਂ ਰਿਸਟ੍ਰਿਕਸ਼ਨ ਸੀ, ਉਦੋਂ ਕਹਿੰਦੇ ਹੁੰਦੇ ਸੀਗਾ ਵੀ ਰਾਜਨੀਤੀ ਹੋ ਰਹੀ ਹੈ। ਤੇ ਅੱਜ ਜਦੋਂ 700 ਕੇਸਿਸ ਰਹਿ ਗਏ, ਇਹ ਕਹਿ ਰਹੇ ਕਿ ਰਿਸਟ੍ਰਿਕਸ਼ਨ ਲਾਉਣੀਆਂ ਚਾਹੀਦੀਆਂ। ਇਹਨੂੰ ਕਹਿੰਦੇ ਪੋਲਿਟਿਕਸ ਆਫ ਕਨਵੀਨੀਅੰਸ ਡਨ ਬਾਈ ਦੀ ਆਮ ਆਦਮੀ ਪਾਰਟੀ ਐਂਡ ਆਪਣਾ ਬੀਜੇਪੀ। ਦੂਜੀ ਗੱਲ ਗਰੇਵਾਲ, ਅੱਛਾ ਦੂਜਾ ਸਵਾਲ, ਆਮ ਆਦਮੀ ਪਾਰਟੀ ਨੂੰ ਮੈਂ ਇੱਕ ਚੀਜ਼ ਪੁੱਛਦਾ, ਦਿੱਲੀ ਦੇ ਵਿੱਚ ਆਪਣਾ ਕੇਸਿਸ ਨੂੰ ਘਟਾਉਣਾ ਚਾਹੁੰਦੇ ਆ। ਹਾਲ ਹੀ ਦੇ ਵਿੱਚ ਇਹਨਾਂ ਦੀ ਲੱਖਾਂ ਦੀ ਹਜ਼ਾਰਾਂ ਲੋਕਾਂ ਦੀ ਉੱਥੇ ਰੈਲੀ ਸੀਗੀ, ਉਹ ਕਿਉਂ ਕਰ ਰਹੇ ਹੋ ਤੁਸੀਂ? ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕੇਸਿਸ ਕਰਟੇਲ ਕਰਨੇ, ਦੂਜੇ ਪਾਸੇ ਆਪ ਹੀ ਲੱਖਾਂ ਦੀਆਂ ਰੈਲੀ ਕਰ ਰਹੇ ਹੋ। ਇਹ ਹਾਊ ਇਜ਼ ਇਟ ਇਵਨ ਲੌਜੀਕਲ? ਤੀਜਾ ਸਵਾਲ ਗਰੇਵਾਲ ਆਪਣਾ ਜੋਸ਼ੀ ਸਾਹਿਬ ਨੂੰ, ਇਹਨਾਂ ਨੇ ਕਮੇਟੀ ਹੁਣ ਭੇਜਤੀ ਜਿਹੜੀ ਮਲਟੀ ਡਿਸਪਲਿਨਰੀ ਹੈ। ਜਦੋਂ 700 ਕੇਸ ਹੈ ਪੰਜਾਬ ਦੇ ਵਿੱਚ, ਤਾਂ ਆਪਣਾ ਮੈਨੂੰ ਲੱਗਦਾ 150-200 ਕੁਛ ਇਹਨਾਂ ਕੇਸ ਹੈ। ਮਲਟੀ ਡਿਸਪਲਿਨਰੀ ਕਮੇਟੀ ਤੋਂ 50,000 60,000 ਕੇਸਿਸ ਹੁੰਦੇ ਸੀ, ਉਦੋਂ ਤੁਸੀਂ ਭੇਜੀ ਨਹੀਂ। ਇਹ ਵੀ ਪੋਲਿਟਿਕਸ ਆਫ ਕਨਵੀਨੀਅੰਸ ਕਰਦੇ। ਤੇ ਚੌਥਾ, ਇਹਨਾਂ ਨੇ ਕਿਹਾ, ਬੀਜੇਪੀ ਦੇ ਮੋਦੀ ਸਾਹਿਬ ਨੇ ਕਿਹਾ ਸੀ, ਕਹਿੰਦੇ ਰਿਸਟ੍ਰਿਕਸ਼ਨਸ ਨਹੀਂ ਹੋਣੀਆਂ ਚਾਹੀਦੀਆਂ ਬਿਕੋਜ਼ ਜੇ ਹੋਣਗੀਆਂ ਤਾਂ ਇਕਨੋਮੀ ਇਫੈਕਟ ਹੋ, ਤੇ ਪਹਿਲਾਂ ਬਹੁਤ ਹੋਈ ਸੀ। ਹੁਣ ਤੁਸੀਂ ਆਪਦੇ ਆਪ ਨੂੰ ਫੇਰ ਕੰਟਰਡਿਕਟ ਕਰ ਰਹੇ ਹੋ ਵੀ ਕਹਿ ਕੇ ਵੀ ਰਿਸਟ੍ਰਿਕਸ਼ਨਸ ਲੱਗਣੀਆਂ ਚਾਹੀਦੀਆਂ ਜਦੋਂ ਕੋਵਿਡ ਹੁੰਦਾ। ਇਹ 4 ਸਵਾਲ ਨੇ ਮੇਰੇ, ਇੱਕ ਰਿਬਟਲ ਕਰ ਰਹੇ ਲਾਸਟ। ਇਹਨਾਂ ਨੇ ਕਿਹਾ ਗਰੇਵਾਲ ਸਾਹਿਬ ਨੇ ਕਿ ਰੂਲਸ ਰਿਸਟ੍ਰਿਕਸ਼ਨਸ ਹੋਣੇ ਨਹੀਂ ਚਾਹੀਦੇ ਰਿਲੀਜਨ ਤੇ, ਐਗਜ਼ੈਕਟਲੀ ਨਹੀਂ ਹੋਣੇ ਚਾਹੀਦੇ, ਤੇ ਕ੍ਰਿਸਮਸ ਕਿਹਾ ਵੀ ਹੋਣੀ ਚਾਹੀਦੀ ਸੀ, ਮਨਾਉਣੀ ਚਾਹੀਦੀ ਸੀ। ਪਰ ਤਬਲੀਗੀ ਜਮਾਤ ਵਾਲੇ ਵੀ ਤਾਂ ਉਹੀ ਚੀਜ਼ ਕਰ ਰਹੇ ਸੀ, ਆਪਦਾ ਇਵੈਂਟ ਜਿਹੜਾ ਸੀਗਾ ਉਹਨੂੰ ਮਨਾ ਰਹੇ ਸੀਗੇ। ਤਾਂ ਵਾਟ ਵਾਸ ਦ ਪ੍ਰੋਬਲਮ ਵਿਦ ਦੈਟ? ਤੁਸੀਂ ਉਹਨੂੰ ਕੰਡੈਮ ਕ੍ਰਿਟਿਸਾਈਜ਼ ਕਿਉਂ ਕੀਤਾ? ਲਾਸਟ ਬਟ ਨਾਟ ਦ ਲੀਸਟ, ਜਿਹੜੀ ਬੀਜੇਪੀ ਦੇ ਜੋਸ਼ੀ ਸਾਹਿਬ ਨੇ ਇਹ ਚੀਜ਼ ਮੈਨੂੰ ਬਸ ਕਲੈਰੀਫਾਈ ਕਰਦੇ, ਮਲਟੀ ਡਿਸਪਲਿਨਰੀ ਕਮੇਟੀ ਹੁਣ ਕਿਉਂ ਭੇਜੀ, ਪਹਿਲਾਂ ਕਿਉਂ ਨਹੀਂ? ਤੇ ਬੀਜੇਪੀ ਕਹਿੰਦੀ ਰਿਸਟ੍ਰਿਕਸ਼ਨਸ ਲੱਗਣੇ ਨਹੀਂ ਚਾਹੀਦੇ, ਇਕਨੋਮੀ ਇਫੈਕਟ ਹੁੰਦੀ ਹੈ, ਫਿਰ ਤੁਸੀਂ ਕਿਉਂ ਸਪੋਰਟ ਕਰ ਰਹੇ ਹੋ ਰਿਸਟ੍ਰਿਕਸ਼ਨਸ ਨੂੰ? ਅਹਿਬਾਬ ਗਰੇਵਾਲ, ਤੁਸੀਂ ਚਾਹੁੰਦੇ ਹੋ ਕਿ ਇਲੈਕਸ਼ਨ ਹੋ ਜਾਣੀਆਂ ਚਾਹੀਦੀਆਂ, ਪੋਸਟਪੋਨ ਨਹੀਂ ਹੋਣੇ ਚਾਹੀਦੀਆਂ? ਅਹਿਬਾਬ ਗਰੇਵਾਲ, ਆਪਾਂ ਸਿੱਧਾ ਪੁਆਇੰਟ ਤੇ ਆਈਏ ਨਾ ਸਰ, ਚਰਚਾ ਸਮਾਪਤ ਕਰਨੀ ਹੁਣ ਆਪਾਂ। ਦੇਖੋ, ਮੈਂ ਤੁਹਾਨੂੰ ਦੱਸਦਾ KP ਜੀ, ਬੜੀ ਬਦਕਿਸਮਤੀ ਦੀ ਗੱਲ ਹੈ ਕਿ ਪੋਲਿਟਿਕਸ ਜਿਹੜੀ ਹੈ ਇਸ ਲੈਵਲ ਤੇ ਆ ਕੇ ਖੜ ਗਈ ਹੈ ਕਿ ਦੈਟ ਸਟਾਪਸ ਫॉर ਨਥਿੰਗ। ਆਪਾਂ ਦੇਖ ਚੁੱਕੇ ਹਾਂ, ਇਹ ਰਿਕਾਰਡ ਹੈ, ਇਹ ਰਿਕਾਰਡ ਹੈ ਕਿ ਪੋਲਿਟਿਕਸ ਤੇ ਪੋਲੀਟੀਸ਼ੀਅਨਸ ਅੱਜ ਕਿਸੇ ਦੀ ਪਰਵਾਹ ਨਹੀਂ ਕਰਦੇ, ਨਹੀਂ ਰੋਕਦੇ। ਜੇ
ਵਾਕਈ ਓਮਿਕਰੋਨ ਦਾ ਖਤਰਾ ਹੈ ਤਾਂ ਸਰਕਾਰ ਗਾਈਡਲਾਈਨਸ ਕੱਢੇ, ਕੇਂਦਰ ਸਰਕਾਰ ਗਾਈਡਲਾਈਨਸ ਕੱਢੇ ਤੇ ਬਾਕੀ ਫੋਲੋ ਕਰਨ ਸਟੇਟਾਂ। ਕੇਂਦਰ ਸਰਕਾਰ ਰੂਲ ਕੱਢੇ, ਜਿਵੇਂ ਲੋਕਡਾਊਨ ਲਾਇਆ ਸੀ ਫੋਲੋ ਕਰਨ। ਪਰ ਜੇ ਕੇਂਦਰ ਸਰਕਾਰ ਨੇ ਡਬਲ ਸਟੈਂਡਰਡਸ ਕਰਨੇ ਨੇ, ਜੇ ਮੋਦੀ ਜੀ ਦੀ ਰੈਲੀ ਅਲਾਉ ਕਰਨੀ ਹੈ, ਉਦੋਂ ਬਾਅਦ ਤੁਸੀਂ ਆਪਣਾ ਸਾਰਾ ਇੱਕ ਸਮੀਕਰਨ ਬਣਾਉਣੇ ਆ, ਤੁਸੀਂ ਵੇਟ ਕਰਨਾ ਕਿ ਅਸੀਂ ਹੋਰ ਬੰਦੇ ਤੋੜ ਕੇ ਜੁਆਇਨ ਕਰ ਲਈਏ। ਜੇ ਉਹ ਜੁਆਇਨਿੰਗਾਂ ਕਰਾਉਣ ਲਈ ਤੁਸੀਂ ਇਹ ਆੜ ਲੈ ਕੇ ਕਰ ਰਹੇ ਹੋ, ਫਿਰ ਤੁਸੀਂ ਬਹੁਤ ਗਲਤ ਕਰ ਰਹੇ ਹੋ। ਜੇ ਤੁਸੀਂ ਜੁਆਇਨਿੰਗਾਂ ਕਰਾਉਣ ਲੱਗੇ ਹੋਰ ਥੋੜੀ ਜਿਹੀ ਸੇਂਧਮਾਰੀ ਕਰ ਰਹੀ ਹੈ ਗਰੇਵਾਲ ਸਾਹਿਬ ਆਪਾਂ ਰਿਪੀਟ ਹੀ ਕਰਦੇ ਪਏ ਚੀਜ਼ਾਂ। ਗਰੇਵਾਲ ਸਾਹਿਬ ਤੁਸੀਂ ਸਿੱਧਾ ਕਹੋ ਨਾ, ਪੋਸਟਪੋਨ ਹੋਣੀਆਂ ਚਾਹੀਦੀਆਂ ਇਲੈਕਸ਼ਨ ਜਾਂ ਨਹੀਂ ਹੋਣੀਆਂ ਚਾਹੀਦੀਆਂ, ਗੱਲ ਖਤਮ। ਸਰ ਮੇਰੀ ਸੁਣੋ ਗੱਲ, ਅਸੀਂ ਕਹਿ ਰਹੇ ਹਾਂ ਅਸੀਂ ਤਿਆਰ ਬੈਠੇ ਹਾਂ, ਅਸੀਂ ਤਿਆਰ ਬੈਠੇ ਹਾਂ। ਅੱਜ ਕਰਾਉਣੀ ਅੱਜ ਕਰਾ ਲਓ, ਲੇਟ ਕਰਾਉਣੀ ਲੇਟ ਕਰਾ ਲਓ, ਅਸੀਂ ਤਿਆਰ ਬੈਠੇ। ਚਲੋ ਠੀਕ ਹੈ। ਚੇਤਨ ਜੋਸ਼ੀ ਸਾਰੇ ਤਿਆਰ ਬੈਠੇ, ਤੁਸੀਂ ਤਿਆਰ ਹੋ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਗੱਲ, ਇਹ ਰੈਲੀਆਂ ਦੇ ਉੱਤੇ ਮੋਦੀ ਜੀ ਦੀ ਗੱਲ ਕਰਦੇ ਪਏ ਨੇ। ਇਹ ਕੇਜਰੀਵਾਲ ਸਾਹਿਬ ਘਰ ਵੜ ਕੇ ਰੈਲੀ ਕਰਕੇ ਗਏ ਜਾਂ ਕਾਂਗਰਸ ਦੇ ਚੰਨੀ ਜੀ ਘਰ ਬੈਠੇ ਰੈਲੀਆਂ ਕਰਦੇ ਪਏ ਨੇ? ਮੈਨੂੰ ਸਮਝ ਨਹੀਂ ਆਉਂਦੀ ਇਹ ਗੱਲਾਂ। ਹਰ ਗੱਲ ਦੇ ਉੱਤੇ ਲਿਆ ਕੇ ਟਾਰਗੇਟ ਬੀਜੇਪੀ ਦੇ ਉੱਤੇ ਕਿਉਂ ਲਿਆ ਰਹੇ ਨੇ? ਕਿਉਂਕਿ ਅਸੀਂ ਸੈਂਟਰ 'ਚ ਬੈਠੇ ਤਾਂ ਕਰਕੇ। ਜਦੋਂ ਇਲੈਕਸ਼ਨ ਕਮਿਸ਼ਨ ਸਾਨੂੰ ਕਹੇਗਾ ਵੀ ਅਸੀਂ ਇਲੈਕਸ਼ਨ ਕਰਾ ਰਹੇ ਹਾਂ ਤੇ ਅਸੀਂ ਤਿਆਰ ਹੋ ਜਾਾਂਗੇ, ਠੀਕ ਆ ਜੀ, ਅਸੀਂ ਇਲੈਕਸ਼ਨ ਲੜ ਲਾਂਗੇ। ਹੁਣ ਤੁਸੀਂ ਗੱਲਾਂ ਜਿੱਦਾਂ ਸਾਡੇ ਸਤਿਕਾਰਯੋਗ ਡਾਕਟਰ ਗਰਗ ਨੇ ਗੱਲ ਕੀਤੀ, ਡਾਕਟਰ ਸਾਹਿਬ ਇਟਲੀ ਕਿਹੜੇ ਬੰਦਿਆਂ ਨੇ ਗੋਹਾ ਖਾਧਿਆ ਸੀ ਜਾਂ ਮੂਤਰ ਪੀਤਾ ਸੀਗਾ? ਤੁਸੀਂ ਗौ ਮੂਤਰ ਦੀ ਗੱਲ ਕੀਤੀ ਆ, ਤੁਸੀਂ ਕਿਸੇ ਦੀ ਆਸਥਾ ਦੇ ਉੱਤੇ ਪ੍ਰਸ਼ਨ ਚਿੰਨ੍ਹ ਲਾ ਸਕਦੇ ਹੋ, ਤੁਸੀਂ ਇੱਕ ਪੜ੍ਹੇ ਲਿਖੇ ਇਨਸਾਨ ਹੋ। ਲੇਕਿਨ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਆਸਥਾਵਾਂ ਨੇ ਲੋਕਾਂ ਦੀਆਂ। ਤੁਸੀਂ ਦੱਸੋ ਅਮਰੀਕਾ ਦੇ ਵਿੱਚ ਕੀ ਹੋਇਆ ਸੀਗਾ, ਯੂਰਪ ਦੇ ਵਿੱਚ ਕੀ? ਨਹੀਂ, ਗੋਹਾ ਆਸਥਾ ਕਈਆਂ ਵਾਸਤੇ ਹੈਗਾ, ਕਈਆਂ ਵਾਸਤੇ ਹੈਗਾ। ਕਈ ਅੱਜ ਵੀ ਗੋਹਾ ਘਰਾਂ ਦੇ ਵਿੱਚ ਗੋੜੀ ਫੇਰਦੇ ਨੇ। ਨਹੀਂ, ਵਿਗਿਆਨਿਕ ਤੌਰ ਤੇ ਤੁਸੀਂ ਮੰਨਦੇ? ਨਹੀਂ, ਵਿਗਿਆਨਿਕ ਤੌਰ ਤੇ ਤੁਸੀਂ ਵਿਗਿਆਨ ਤੇ ਕੁਝ ਵੀ ਕਹਿੰਦੇ, ਵਿਗਿਆਨ ਨੇ ਤਾਂ ਕਿਸੇ ਦੇ ਵੀ ਕੁਐਸਚਨ ਚੁੱਕ ਦੇਣਾ। ਸਾਇੰਟਿਫਿਕਲੀ ਤੁਸੀਂ ਮੰਨਦੇ ਹੋ? ਮੈਂ ਕਹਿੰਦਾ ਪਿਆ, ਮੈਂ ਸਾਇੰਟਿਫਿਕ ਮੰਨਣਾ ਚਾਹੇ ਨਾ ਮੰਨਣਾ, ਤੁਹਾਡੀ ਆਸਥਾ ਹੈਗੀ ਹੈ। ਦੇਖੋ ਗੱਲ ਹੈ ਜੀ, ਮੇਰੀ ਸੁਣੋ ਗੱਲ। ਤੁਸੀਂ ਆਸਥਾ ਨੂੰ ਲਾਗੂ ਨਹੀਂ ਥੋਪ ਸਕਦੇ ਕਿਸੇ ਦੇ ਉੱਤੇ। ਕਿਸੇ ਨੇ ਕਿਸੇ ਨੂੰ ਮੰਨਣਾ ਹੁੰਦਾ ਵਾ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੁਸੀਂ ਕਿਸੇ ਦੇ ਉੱਤੇ ਕੁਐਸਚਨ ਚਿੰਨ੍ਹ ਨਹੀਂ ਕਰ ਸਕਦੇ। ਉਹਦੀ ਆਸਥਾ ਕੀ ਹੈ? ਰੋਕ ਨਹੀਂ ਸਕਦੇ, ਕੋਈ ਗਾਈਡਲਾਈਨਸ ਨਹੀਂ ਦੇ ਸਕਦੇ। ਕਿੱਦਾਂ ਰੋਕ ਸਕਦੇ? ਤੁਸੀਂ ਇੱਕ ਬੰਨੇ ਕਹਿੰਦੇ ਡੈਮੋਕ੍ਰੈਟਿਕ ਕੰਟਰੀ ਆ, ਦੂਜੇ ਬੰਨੇ ਤੁਸੀਂ ਕਹਿੰਦੇ ਜੇ ਕਿ ਧਾਰਮਿਕ ਆਸਥਾਵਾਂ ਨੇ ਲੋਕਾਂ ਦੀਆਂ, ਅਲੱਗ-ਅਲੱਗ ਲੋਕਾਂ ਦੀਆਂ ਆਪਣੀਆਂ ਆਸਥਾਵਾਂ ਨੇ। ਹੁਣ ਮੇਰੀ ਗੱਲ ਸੁਣੋ, ਅਸੀਂ ਸ਼ੂਜ਼ ਪਾ ਕੇ ਗੁਰਦੁਆਰੇ ਜਾਂਦੇ ਆ, ਨਹੀਂ ਜਾਂਦੇ ਨਾ, ਮੰਦਿਰ ਜਾਂਦੇ ਨਹੀਂ ਜਾਂਦੇ ਨਾ, ਲੇਕਿਨ ਚਰਚ ਵਿੱਚ ਲੋਕ ਸ਼ੂਜ਼ ਪਾ ਕੇ ਜਾਂਦੇ, ਉੱਥੇ ਉਹਨਾਂ ਦੀ ਆਪਣੀ ਆਸਥਾ। ਫਿਰ ਆਪਾਂ ਇਹ ਮੰਨ ਕੇ ਚੱਲੀਏ ਨਾ, ਆਪਾਂ ਇਹ ਮੰਨ ਕੇ ਚੱਲੀਏ ਕੋਈ ਵੀ ਰਿਲੀਜੀਅਸ ਫੰਕਸ਼ਨ ਹੋਊਗਾ, ਕੋਈ ਸਰਕਾਰ ਗਾਈਡਲਾਈਨਸ ਨਹੀਂ ਦੋਗੀ। ਮੇਰੀ ਗੱਲ ਸੁਣੋ, ਸਰਕਾਰਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਆ, ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਦੀ ਆ, ਸੈਂਟਰ ਗਵਰਨਮੈਂਟ ਸਾਡੀ ਆ। ਸੈਂਟਰ ਦੇ ਨਾਲ ਕਈ ਹੋਰ ਥਾਵਾਂ ਦੇ ਉੱਤੇ ਕਾਂਗਰਸ ਦੀ ਵੀ ਸਰਕਾਰ ਹੈਗੀ ਤੇ ਸਾਡੀ ਵੀ ਹੈਗੀ ਆ। ਗੱਲ ਇਹ ਹੈਗੀ, ਇਹਦਾ ਮਤਲਬ ਤੁਹਾਡਾ ਸਭ ਤੋਂ ਵੱਡਾ ਪ੍ਰਸ਼ਨ ਚਿੰਨ੍ਹ ਸਰਕਾਰ ਤੇ ਆ ਨਹੀਂ ਆ ਰਿਹਾ, ਤੁਹਾਡਾ ਪ੍ਰਸ਼ਨ ਚਿੰਨ੍ਹ ਆ ਰਿਹਾ ਸਾਡੇ ਹੈਲਥ ਸੇਵਾਵਾਂ ਦੇ ਮਹਿਕਮੇ ਦੇ ਉੱਤੇ, ਸਾਡੇ ਡਾਕਟਰਾਂ ਦੇ ਮਹਿਕਮੇ। ਇਟ ਮੀਨਸ ਤੁਹਾਨੂੰ ਇਹ ਲੱਗਦਾ ਪਿਆ ਕਿ ਸਾਨੂੰ ਜਿਹੜੀ ਗਾਈਡੈਂਸ ਦੇ ਰਹੇ ਨੇ, ਸਾਨੂੰ ਜਿਹੜੀਆਂ ਸਲਾਹਾਂ ਦੇ ਰਹੇ ਨੇ, ਜਿਹੜੇ ਡਾਕਟਰਸ ਏਡੀਆਂ ਵੱਡੀਆਂ ਰਿਪੋਰਟ ਬਣਾ ਕੇ ਦੇ ਰਹੇ ਨੇ, ਉਹ ਫੇਲ ਨੇ ਆਪਣੀ ਥਾਂ ਦੇ ਉੱਤੇ। ਇਹਦਾ ਮਤਲਬ ਮੇਰੀ ਇੱਕ ਹੋਰ ਗੱਲ ਮੈਂ ਕਹਿਣਾ ਚਾਹੁੰਦਾ, ਇਲੈਕਸ਼ਨ ਕਮਿਸ਼ਨ ਦੇ ਉੱਤੇ ਜਿਹੜਾ ਤੁਸੀਂ ਅੱਜ ਦਾ ਟੌਪਿਕ ਰੱਖਿਆ ਵਾ, ਜਾਂ ਤੇ ਤੁਸੀਂ ਆਪ ਮੀਡੀਆ ਇਲੈਕਸ਼ਨ ਕਮਿਸ਼ਨ ਨਾਲ ਗੱਲ ਕਰੋ ਜਾ ਕੇ, ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਜਾਏਗਾ। ਲੇਕਿਨ ਕਿਸੇ ਪਾਰਟੀ ਨੇ ਇੰਨੀ ਗੱਲ ਕਹਿਣੀ ਬਈ ਬੀਜੇਪੀ ਨਹੀਂ ਕਰਾਉਣ ਦੇ ਰਹੀ ਜਾਂ ਆਮ ਆਦਮੀ ਪਾਰਟੀ ਤੇ ਪ੍ਰਸ਼ਨ ਚਿੰਨ੍ਹ ਚੁੱਕ ਲਿਆ, ਇਦਾਂ ਨਹੀਂ ਹੁੰਦਾ। ਇਹ ਇੱਕ ਬੜਾ ਸੰਜੀਦਗੀ ਵਾਲਾ ਮੁੱਦਾ ਵਾ, ਲੋਕਾਂ ਦੀ ਜ਼ਿੰਦਗੀਆਂ ਨਾਲ ਸੰਬੰਧ ਰੱਖਣ ਵਾਲਾ ਮੁੱਦਾ ਵਾ। ਲੇਕਿਨ ਕਿਤੇ ਨਾ ਕਿਤੇ ਇਹ ਵੀ ਚੀਜ਼ ਹੈਗੀ ਆ ਕਿ ਜੇ ਅਸੀਂ ਬਿਲਕੁਲ ਲੋਕਾਂ ਨੂੰ ਘਰਾਂ 'ਚ ਵਾੜ ਕੇ ਰੱਖ ਦਿੱਤਾ ਤੇ ਲੋਕਾਂ ਦੇ ਕਾਰੋਬਾਰ ਕਿੱਦਾਂ ਚੱਲਣਗੇ ਅੱਗੇ? ਮੁਲਕ ਜਿਸ ਦੌਰ ਦੇ ਵਿੱਚੋਂ ਨਿਕਲਿਆ ਵਾ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਪੂਰਾ ਕਰਦਾ ਕੌਲ ਕੋਈ ਵਿਰਲਾ। ਸੋ ਇਹ ਚੀਜ਼ਾਂ ਨੂੰ ਮੱਦੇਨਜ਼ਰ ਆ ਕੇ ਲੋਕਾਂ ਦੀ ਸਿਹਤ ਪ੍ਰਾਇੋਰਟੀ ਆ, ਉਹ ਸਿਹਤ ਦੀ ਪ੍ਰਾਇੋਰਟੀ ਵੱਲ ਵੇਖ ਕੇ ਜੋ ਵੀ ਫੈਸਲਾ ਭਾਰਤ ਸਰਕਾਰ ਲਏਗੀ ਜਾਂ ਇਲੈਕਸ਼ਨ ਕਮਿਸ਼ਨ ਲਏਗਾ, ਸਿਹਤ ਮਹਿਕਮਾ ਜੋ ਗਾਈਡਲਾਈਨ ਦੇਣਗੀਆਂ ਅਸੀਂ ਐਕਸੈਪਟ ਕਰਾਂਗੇ। ਚਲੋ ਡਾਕਟਰ ਗਰਗ ਹੁਣ ਆਪਾਂ ਸਮਾਪਤ ਕਰਨੀ ਹੈ ਡਿਬੇਟ। ਮੈਨੂੰ ਇੱਕ ਚੀਜ਼ ਮੈਂ ਸਵਾਲ ਤੁਹਾਡੇ ਤੋਂ ਜ਼ਰੂਰ ਲੈਣਾ ਚਾਹੁੰਦਾ, ਜਿਹੜੇ ਆ ਕੇਸਿਸ ਸਾਡੇ ਸਾਹਮਣੇ ਖੜੇ ਆ ਮੇਰੇ ਕੋਲ ਸਟੇਟ ਵਾਈਜ਼ ਪਿਆ ਸਾਰਾ ਡਾਟਾ, ਉਹ ਰੀਅਲ ਡਾਟਾ ਸਰ, ਉਹਨੂੰ ਅਸੀਂ ਮੰਨ ਕੇ ਚੱਲੀਏ ਕਿ ਇੰਨੇ ਕੇਸਿਸ ਹੀ ਹੈ, ਜਾਂ ਹਜੇ ਕੰਟੈਕਟ ਟ੍ਰੇਸਿੰਗ ਜਾਂ ਹੋਰ ਫਲਾਈਟਸ ਜਿਹੜੀਆਂ ਬੈਨ ਕੀਤੀਆਂ ਜਾਂ ਨਹੀਂ ਕੀਤੀਆਂ ਹੋਈਆਂ ਉਹਨਾਂ ਦੇ ਬਾਬਤ, ਜਾਂ ਜਿਹੜੇ ਲੋਕ ਉੱਥੋਂ ਆ ਚੁੱਕੇ ਆ ਜਿਨ੍ਹਾਂ ਨੇ ਆਪਦੀ ਜਾਣਕਾਰੀ ਸਾਂਝੀ ਨਹੀਂ ਕੀਤੀ, ਅਸੀਂ ਵੇਟ ਕਰੀਏ ਜਾਂ ਰੀਅਲ ਡਾਟਾ ਮੰਨ ਕੇ ਚੱਲੀਏ? ਡਾਟਾ ਕਰ ਦੇਖੋ ਗੱਲ ਇਹ ਹੈ ਟੈਕਨੀਕਲੀ ਕਿ ਜਿਹੜਾ ਡਾਟਾ ਸਾਡੇ ਸਾਹਮਣੇ ਪੂਰਾ ਉਹ WHO ਦੇ ਗਾਈਡਲਾਈਨ ਦੇ ਅਨੁਸਾਰ ਤਿਆਰ ਹੁੰਦਾ ਹੈ। ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਤੇ ਮਹਿਕਮੇ ਤਿਆਰ ਕਰਦੇ ਨੇ। ਉਹ ਡਾਟੇ ਨੂੰ ਗਲਤ ਕਹਿਣ ਦਾ ਮੇਰੇ ਕੋਲ ਕੋਈ ਰੀਜ਼ਨ ਨਹੀਂ ਹੈ, ਮੈਂ ਉਹਨੂੰ ਹੀ ਠੀਕ ਮੰਨਾਂਗਾ। ਕੋਈ ਮੰਨੇ ਨਾ ਮੰਨੇ ਉਹਦੀ ਮਰਜ਼ੀ। ਜੋ ਸਰਕਾਰ ਡਾਟਾ ਰੋਜ਼ ਦੇ ਰਹੀ ਹੈ, ਹਾਲਾਂਕਿ ਉਹਦੇ 'ਚ ਬਹੁਤ ਸਾਰਾ ਆਇਆ ਵੀ ਡੈਥ ਦਿਖਾਈ ਨਹੀਂ, ਉਹ ਦਿਖਾਉਣ ਦੇ ਹੋਰ ਕਾਰਨ ਨੇ ਕਿ ਤੁਸੀਂ ਮਰੀਜ਼ ਦੀ ਰਜਿਸਟਰੀ ਨਾ ਕਰੋ, ਦੇਖਿਆ ਹੀ ਨਹੀਂ ਮਰੀਜ਼। ਇਹ ਤਾਂ ਸਾਰੀਆਂ ਕਿੰਨੀਆਂ ਸਟੇਟਾਂ ਦਾ ਆ ਚੁੱਕਿਆ। ਪਰ ਜਿਹੜਾ ਡਾਟਾ ਆ ਗਿਆ ਸਾਡੇ ਸਾਹਮਣੇ, ਉਹਨੂੰ ਗਲਤ ਕਹਿਣਾ ਜਿਹੜਾ ਇਹ ਬੜੀ ਹਿਮਾਕਤੀ ਗੱਲ ਹੋਏਗੀ। ਉਹ ਡਾਟਾ ਠੀਕ ਮੰਨ ਕੇ ਹੀ ਸਾਨੂੰ ਕੋਈ ਤਾਂ ਗਾਈਡਲਾਈਨ ਨਹੀਂ ਪਊ। ਦੂਜਾ ਜਿਹੜਾ ਇਹ ਹੈ, ਮੈਂ ਕਿਸੇ ਦੀ ਆਸਥਾ ਤੇ ਸੱਟ ਨਹੀਂ ਮਾਰ ਰਿਹਾ,
ਅਸੀਂ ਵੀ ਗੋਹਾ ਫੇਰਦੇ ਹਾਂ ਘਰਾਂ 'ਚ, ਅਸੀਂ ਪੱਕੇ ਫਰਸ਼ ਵਿੱਚ ਕੱਚਾ ਥਾਂ ਰੱਖਦੇ ਹਾਂ, ਅਸੀਂ ਵੀ ਹਵਨ ਕਰਦੇ ਹਾਂ, ਪਰ ਉਹ ਸਾਡੀ ਆਪਣੀ ਨਿੱਜੀ ਆਸਥਾ ਹੈ। ਉਹ ਮੈਂ ਡਾਕਟਰੀ ਦੇ ਹਸਪਤਾਲ 'ਚ, ਮੈਂ ਪੀਜੀਆਈ 'ਚ ਨਹੀਂ ਕਰ ਸਕਦਾ, ਮੈਂ ਹਸਪਤਾਲ 'ਚ ਬੈਠ ਕੇ ਨਹੀਂ ਕਰ ਸਕਦਾ। ਹਸਪਤਾਲ 'ਚ ਮੈਂ ਇੱਕ ਡਾਕਟਰ ਹਾਂ, ਮੈਂ ਸਰਕਾਰੀ ਡਾਕਟਰ ਹਾਂ, ਤੇ ਮੇਰੀ ਇੱਕ ਡਿਊਟੀ ਹੈ ਕਿ ਮੈਂ ਵਿਗਿਆਨਕ ਇਲਾਜ ਕਰਾਂ। ਮੈਂ ਆਯੂਸ਼ ਮੰਤਰਾਲੇ ਦੀ ਗੱਲ ਕਰੀ ਹੈ, ਤੇ ਆਯੂਸ਼ ਮੰਤਰਾਲੇ ਨੇ ਕੋਰੋਨਲ ਦਾ ਅੱਜ ਵੀ ਦੱਸ ਦੇਣ, ਕੋਰੋਨਲ ਦਾ ਜਿਹੜਾ ਜਵਾਬ ਦਿੱਤਾ ਗਿਆ ਕਿ ਜੀ ਇਹਦਾ ਟੈਸਟ ਹੋਏ ਨੇ, ਇਹ ਬਿਲਕੁਲ ਪਰਫੈਕਟ ਹੈ, ਉਹਦਾ ਜਵਾਬ ਦੇ ਦੇਣ। ਜਿਹੜੇ ਵੈਂਟੀਲੇਟਰ ਜਿਹਦੇ 'ਚ ਨਾ ਹਿਊਮਿਡੀਫਾਇਰ ਸੀ, ਨਾ ਉਹਦੇ 'ਚ ਫਲੋਮੀਟਰ ਸੀ, ਉਹਨਾਂ ਦੇ ਡੀਸੀ ਨੇ ਆਪ ਲਿਖਿਆ, ਉਹਨਾਂ ਦੀ ਜਿਹੜੀ ਸੈਕਟਰੀ ਹੈ ਕਮਿਸ਼ਨਰ ਗੁਜਰਾਤ ਦੀ, ਉਹਨੇ ਲਿਖਿਆ ਵੀ ਹਾਂ ਅਸੀਂ ਕੰਪਨੀ ਨੂੰ ਕਿਹਾ ਇਹ ਕਿਤੇ ਰਹਿ ਗਏ, ਹੁਣ ਫਲੋਮੀਟਰ ਵੀ ਲਾਉਣਗੇ ਤੇ ਹਿਊਮਿਡੀਫਾਇਰ ਵੀ ਲਾਉਣਗੇ। ਉਹ 'ਚ ਇਹੀ ਨਹੀਂ ਪਤਾ ਲੱਗਦਾ ਆਕਸੀਜਨ ਕਿੰਨੀ ਜਾਂਦੀ ਹੈ ਕਿੰਨੀ ਨਹੀਂ। ਜੇ ਇਹ ਆਸਥਾ ਦਾ ਸਵਾਲ ਹੈ ਫਿਰ ਬੜਾ ਔਖਾ ਹੈ। ਇੱਕ ਆਸਥਾ ਦੇ ਸਵਾਲ ਤੇ ਵੀ ਗੱਲ ਕਰਾਂਗਾ ਮੈਂ, ਮਾਫ ਕਰਨਾ, ਆਸਥਾ ਕਦੇ ਹਿੰਦੂਆਂ ਦੀ ਨਹੀਂ ਹੈ। ਜਿੱਦਾਂ ਕੁੰਭ ਦਾ ਮੇਲਾ ਹੋਇਆ ਉਦੋਂ ਬਾਅਦ ਸਭ ਤੋਂ ਜ਼ਿਆਦਾ ਕਰੋਨਾ ਫੈਲਿਆ ਸੀ, ਦੋਸ਼ ਤਬਲੀਗੀਆਂ ਤੇ ਲਾਇਆ ਗਿਆ। ਜਿੱਦੇ ਬੰਗਾਲ ਦੀ ਚੋਣ ਹੋ ਰਹੀ ਸੀ, ਲੱਖਾਂ 'ਚ ਕੇਸ ਆ ਰਹੇ ਸੀ ਭਾਰਤ 'ਚ, ਉਹ ਕਿਵੇਂ ਹੋ ਗਈ ਜੇ ਇਹੀ ਗੱਲ ਸੀ? ਸੋ ਇਸ ਕਰਕੇ ਇਹਦੇ 'ਚ ਇਹ ਗੱਲਾਂ ਸਾਰੀਆਂ ਹੈਗੀਆਂ ਨੇ। ਸਾਨੂੰ ਇਹ ਸੋਚਣਾ ਪਏਗਾ ਕਿ ਅਸੀਂ ਕਨਵੀਨੀਅੰਸ ਨਾ ਬਣਾਈਏ, ਅਸੀਂ ਕਰੋਨਾ ਨੂੰ ਡਰ ਨਾ ਬਣਾਈਏ। ਚੋਣਾਂ ਮੈਨੂੰ ਨਹੀਂ ਲੱਗਦਾ ਇਹ ਚਾਂਸਸ ਨੇ ਕਿ ਮਾਰਚ ਤੱਕ ਕਰੋਨਾ ਦੇ ਕੇਸ ਵੱਧ ਜਾਣ। ਸਾਨੂੰ ਇਹਤਿਆਤ ਵੀ ਰੱਖਣੀ ਚਾਹੀਦੀ ਹੈ, ਕੋਈ ਸ਼ੱਕ ਨਹੀਂ, ਕੋਈ ਮੇਰਾ ਮਤਭੇਦ ਨਹੀਂ, ਪਰ ਇਹਤਿਆਤ ਰੱਖਦੇ ਅਸੀਂ ਇਹ ਨਾ ਸੋਚੀਏ ਕਿ ਆਪਣੀ ਪੋਲੀਟੀਕਲ ਕਨਵੀਨੀਅੰਸ ਵਾਸਤੇ ਜਿੱਦੇ ਸਾਡਾ ਦਿਲ ਕਰੇ ਉਹਦੇ ਕਰੀਏ ਅੱਜ ਕਰੋਨਾ ਹੈ ਜੀ, ਜਿੱਦੇ ਦਿਲ ਕਰੇ ਉਹਦੇ ਕਰੀਏ ਨਹੀਂ ਹੈ। ਇਹ ਗੱਲ ਗਲਤ ਹੋਏਗੀ। ਚਲੋ ਇੱਕ ਆਖਰੀ ਸਵਾਲ ਕਰ ਲਾਂ, ਵੈਸੇ ਟੈਕਨੀਕਲ ਪੋਲੀਟੀਕਲ ਸਵਾਲ ਹੈ, ਕਿਉਂਕਿ ਸਿਆਸੀ ਪਾਰਟੀਆਂ ਦਾ ਨਾ ਤਾਂ ਆਪਸੀ ਵਿੱਚ ਇੱਕ ਦੂਜੇ ਦੇ ਵਿਸ਼ਵਾਸ ਰਿਹਾ, ਨਾ ਉਹਨਾਂ ਦਾ ਇਹ ਵਿਸ਼ਵਾਸ ਰਿਹਾ ਵੀ ਸੰਸਥਾਵਾਂ ਨੂੰ ਅਸੀਂ ਠੀਕ ਹੈਂਡਲ ਕਰ ਰਹੇ ਹਾਂ। ਜਿਹੜੀ ਮਰਜ਼ੀ ਪਾਰਟੀ ਚੁੱਕ ਲਓ, ਉਹਦੇ ਮਤਲਬ ਜਦ ਤੁਸੀਂ ਲੀਡਰਾਂ ਦੀ ਖਿੱਦੋ ਦੇ ਰਹੋਗੇ ਨਾ, ਵਿੱਚੋਂ ਬੜਾ ਕੁਝ ਨਿਕਲੇਗਾ। ਪੰਜਾਬ ਜਿਹੜੇ ਇਲੈਕਸ਼ਨਾਂ ਦੀਆਂ ਭਰਤੀਆਂ ਹੋਈਆਂ ਨੇ ਸਾਡੇ ਸਾਹਮਣੇ ਹੋ ਰਿਹਾ ਸਭ। ਡਟ ਕਰਕੇ ਇੱਕ ਆਖਰੀ ਸਵਾਲ ਕਰਨਾ ਚਾਹੁੰਦਾ, ਡਟ ਕਰਕੇ ਤੁਹਾਨੂੰ ਇੱਕ ਆਖਰੀ ਸਵਾਲ ਕਰਨਾ ਚਾਹੁੰਦਾ। ਇੱਕ ਮਿੰਟ, ਮੈਂ ਇੱਕੋ ਲਾਈਨ 'ਚ ਕਹਿਣਾ, ਹਾਂਜੀ, ਸਾਰੀਆਂ ਪਾਰਟੀਆਂ 'ਚ ਕੁਝ ਪੋਜ਼ਿਟਿਵ ਹੈਗਾ, ਕੁਝ ਨੈਗੇਟਿਵ ਹੈਗਾ, ਪਰ ਦੇਸ਼ ਨੂੰ ਨੁਕਸਾਨ ਹੋ ਰਿਹਾ ਹੈ ਜਿਹੋ ਜਿਹਾ ਕੰਮ ਚਾਹੇ ਕਰੋਨਾ 'ਚ ਹੋ ਰਿਹਾ ਹੈ, ਚਾਹੇ ਕਿਸੇ ਬਿਮਾਰੀ ਨੂੰ ਹੈਂਡਲ ਕਰਨ 'ਚ ਹੋ ਰਿਹਾ, ਉਹਦੇ 'ਚ ਦੇਸ਼ ਨੂੰ ਨੁਕਸਾਨ ਕਾਫੀ ਹੋ ਰਿਹਾ। ਅਸੀਂ ਸਾਇੰਟੀਫਿਕਲੀ ਉਸ ਤਰੀਕੇ ਨਾਲ, ਜਿੰਨਾ ਪੁਖਤਾ ਤਰੀਕੇ ਨਾਲ ਅਸੀਂ ਹੈਂਡਲ ਕਰਦੇ ਸੀ, ਅੱਜ ਅਸੀਂ ਉਹ ਹਟ ਗਏ। ਡਟ ਕਰਕੇ ਇੱਕ ਪੋਲੀਟੀਕਲ ਸਵਾਲ ਤੁਹਾਨੂੰ ਕਰਨਾ ਚਾਹ ਰਿਹਾ। ਇੱਕ ਦੂਜੇ ਤੇ ਇਲਜ਼ਾਮ ਇਹ ਵੀ ਲਾਏ ਜਾ ਰਹੇ ਕਿ ਹਨੇਰੇ ਵਿੱਚ ਕੋਈ ਚੋਣ ਚੱਕਰ ਵੀ ਤਾਂ ਨਹੀਂ ਰਚਿਆ ਜਾ ਰਿਹਾ ਜਿਹਦੇ ਨਾਲ ਇੱਕ ਚੋਣਾਂ ਦੀ ਰਣਨੀਤੀ ਤਿਆਰ ਹੁੰਦੀ ਹੈ। ਡਟ ਕਰਕੇ ਇਸ ਸਵਾਲ ਨਾਲ ਇਤਫਾਕ ਰੱਖਦੇ ਹੋ ਜਾਂ ਨਹੀਂ? ਤੁਸੀਂ ਜੇ ਜਵਾਬ ਨਹੀਂ ਦੇਣਾ ਸਰ ਆਪਾਂ ਚਰਚਾ ਸਮਾਪਤ ਕਰਨ ਲੱਗੇ। ਦੇਖੋ ਮੈਨੂੰ ਜਵਾਬ ਦੇਣ 'ਚ ਕੋਈ ਝਿਜਕ ਨਹੀਂ ਹੈ। ਮੈਂ ਤਾਂ ਥੋੜਾ ਜਿਹਾ ਉਸੇ ਤਰੀਕੇ ਨਾਲ ਵੀ, ਕਿਉਂਕਿ ਮੈਂ ਕਿਸੇ ਤੋਂ ਕੁਝ ਲੈਣਾ ਨਹੀਂ, ਨਾ ਕੋਈ ਮੈਂ ਲਾਭ ਲੈਣਾ, ਨਾ ਮੈਂ ਕਿਸੇ ਦਾ ਨੁਕਸਾਨ ਕਰਨਾ, ਨਾ ਮੈਂ ਕਿਸੇ ਹੱਕ 'ਚ, ਨਾ ਉਲਟਾ। ਪਰ ਜਦ ਦੇਸ਼ ਦੇ ਵਿੱਚ ਤੁਸੀਂ ਆਪਦਾ ਵਿਸ਼ਵਾਸ ਹੀ ਗਵਾ ਚੁੱਕੇ ਹੋ ਬਹੁਤ ਸਾਰੀਆਂ ਗੱਲਾਂ ਦੇ ਵਿੱਚ, ਤੇ ਤੁਸੀਂ ਪਾਰਲੀਮੈਂਟ 'ਚ ਡਿਸਕਸ਼ਨ ਵੀ ਨਹੀਂ ਹੋਣ ਦਿੰਦੇ, ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਾਡੀ ਡੈਮੋਕ੍ਰੇਸੀ, ਜਿਹੜਾ ਸਾਡਾ ਲਾਰਜਰਸ਼ਿਪ ਹੈ ਡੈਮੋਕ੍ਰੇਸੀ ਦਾ, ਜਿਹੜਾ ਲੋਕਾਂ ਨੇ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਦੇ ਕੇ ਲਈ ਸੀ, ਸੰਵਿਧਾਨ ਲਿਖਿਆ ਗਿਆ, ਜਦ ਤੁਸੀਂ ਉਹਦਾ ਹਨਨ ਕਰਦੇ ਹੋ ਕਿ ਤੁਸੀਂ ਚਰਚਾ ਵੀ ਨਹੀਂ ਹੋਣ ਦਿੰਦੇ। ਥੋੜਾ ਵਿਰੋਧੀ ਹੋਏਗਾ ਯਾਰ, ਚਰਚਾ ਹੋਣ ਦਿਓ, ਉਹਨੂੰ ਕਰਨ ਦਿਓ ਜਿਹੜੇ ਐਲੀਗੇਸ਼ਨ ਆਉਂਦਾ। ਇੰਨਾ ਕੁ ਤਾਂ ਸਾਡਾ ਸੰਵਿਧਾਨ ਨਾਲ ਉਹੀ ਕਰਦਾ ਨਾ। ਜਦ ਤੁਸੀਂ ਇਹ ਰੋਕ ਦਿਓ ਤਾਂ ਮੈਨੂੰ ਸ਼ੰਕਾ ਪੈਦਾ ਹੁੰਦੀ ਹੈ ਕਿ ਕੀ ਅਸੀਂ ਸੱਚੀ-ਮੁੱਚੀ ਡੈਮੋਕ੍ਰੇਸੀ ਹਾਂ ਜਾਂ ਅਸੀਂ ਕੁਝ ਹੋਰ ਕਰ ਰਹੇ ਹਾਂ। ਚਲੋ, ਬਹੁਤ ਧੰਨਵਾਦ ਡਾਕਟਰ ਗਰਗ ਤੁਹਾਡਾ, ਅਰਸ਼ਪ੍ਰੀਤ ਖਡਿਆਲ ਤੁਹਾਡਾ ਬਹੁਤ ਧੰਨਵਾਦ, ਚੇਤਨ ਜੋਸ਼ੀ ਤੁਹਾਡਾ ਬਹੁਤ ਧੰਨਵਾਦ, ਅਹਿਬਾਬ ਗਰੇਵਾਲ ਤੁਹਾਡਾ ਬਹੁਤ ਧੰਨਵਾਦ। ਤੇ ਤੁਹਾਡਾ ਧੰਨਵਾਦ ਇਸ ਕਰਕੇ ਵੀ ਕਿ ਤੁਸੀਂ ਕਿਸੇ ਨੇ ਵੀ ਅੱਜ ਬਿਨਾਂ ਗੱਲ ਤੋਂ ਕੋਈ ਰੋਲਾ ਨਹੀਂ ਪਾਇਆ ਹੈਗਾ। ਟਿੱਪਣੀਆਂ ਜਿਹੜੀਆਂ ਤੁਸੀਂ ਆਪਦੀਆਂ ਕੀਤੀਆਂ, ਤੁਹਾਡੀ ਪਾਰਟੀ ਲਾਈਨ ਹੈ, ਤੁਹਾਡੀ ਸਮਝ ਹੈ, ਤੁਹਾਡਾ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਨਵੇਂ ਵੇਰੀਐਂਟ ਤੇ ਨਾਈਟ ਕਰਫਿਊ ਦਾ ਕਿੰਨਾ ਅਸਰ ਹੈ, ਅਸੀਂ ਇਹ ਸਾਰੇ ਸਵਾਲ ਕੀਤੇ ਸੀ, ਪਰ ਇਹਨਾਂ ਸਵਾਲਾਂ ਦੇ ਵਿਚਾਲੇ ਗੱਲ ਇੱਥੇ ਆ ਕੇ ਮੁੱਕੀ ਹੈ। ਸਿਆਸਤ ਕਿਤੇ ਹਨੇਰੇ 'ਚ ਤੀਰ ਤਾਂ ਨਹੀਂ ਛੱਡਦੀ ਪਈ, ਤੇ ਜੇ ਕਰੋਨਾ ਵੇਰੀਐਂਟ ਦੇ ਨਵੇਂ ਮਾਮਲੇ ਦੇ ਵਿੱਚ, ਓਮੀਕਰੋਨ ਦੇ ਮਾਮਲੇ ਵਿੱਚ ਹਨੇਰੇ ਦੇ ਵਿੱਚ ਕੋਈ ਇਹੋ ਜਿਹਾ ਤੀਰ ਤਾਂ ਨਹੀਂ ਛੱਡਿਆ ਜਾ ਰਿਹਾ ਜਿਹਦੇ ਵਿਚਾਲੇ ਸਿਆਸਤ ਐਵੇਂ ਤੱਪ ਗਈ ਕਿ ਚੋਣਾਂ ਟਾਲੀਆਂ ਜਾ ਸਕਦੀਆਂ। ਇਹਦਾ ਕੋਈ ਕੰਕਰੀਟ ਚੀਜ਼ਾਂ ਸਾਡੇ ਸਾਹਮਣੇ ਆਉਣਗੀਆਂ, ਫਿਰ ਸਾਨੂੰ ਸਮਝ ਆਊਗੀ ਕਿ ਇਲੈਕਸ਼ਨ ਕਮਿਸ਼ਨ ਕੀ ਫੈਸਲਾ ਕਰ ਰਿਹਾ, ਸਿਹਤ ਮਹਿਕਮਾ ਕੀ ਕਰ ਰਿਹਾ, ਜੁਡੀਸ਼ਰੀ ਕੀ ਕਹਿ ਰਹੀ ਹੈ। ਸਾਰੀਆਂ ਚੀਜ਼ਾਂ ਦਾ ਜਦੋਂ ਮੇਲ ਮਿਲਾਪ ਹੋਊਗਾ, ਇਕੱਠਾ ਹੋਊਗਾ, ਫਿਰ ਇੱਕ ਹੋਰ ਡਿਬੇਟ ਲੈ ਕੇ ਆਵਾਂਗੇ। ਪਰ ਸਵਾਲ ਇਹ ਹੈ, ਇਲੈਕਸ਼ਨ ਤੇ ਨਾਈਟ ਕਰਫਿਊ ਦਾ ਕਨੈਕਸ਼ਨ ਹੈ ਜਾਂ ਨਹੀਂ ਹੈ, ਇਹ ਤਾਂ ਮੈਨੂੰ ਨਹੀਂ ਸਮਝ ਆਇਆ ਇਸ ਡਿਬੇਟ ਦੇ ਵਿੱਚ। ਪਰ ਮੈਨੂੰ ਇਹ ਜ਼ਰੂਰ ਸਮਝ ਆ ਗਿਆ, ਕਰੋਨਾ ਦਾ ਨਾਈਟ ਕਰਫਿਊ ਦੇ ਨਾਲ ਕਨੈਕਸ਼ਨ ਜਿਹੜਾ ਉਹ ਟੈਕਨੀਕਲੀ, ਸਾਇੰਟੀਫਿਕਲੀ ਕੋਈ ਨਹੀਂ ਹੈਗਾ। ਬਹੁਤ ਧੰਨਵਾਦ।